ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ। ਅੱਜ ਦੀ ਕਿਤਾਬ ਹੈ ਜੀ ਖਿੜਕੀਆਂ, ਜੋ ਕਿ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਹੈ। ਤਾਂ ਸ਼ੁਰੂ ਕਰਦੇ ਹਾਂ। ਖਿੜਕੀ ਨੰਬਰ 161। ਦੂਰੋਂ ਆਏ ਮਹਿਮਾਨ ਨੂੰ ਉਹ ਪੁਰਾਣੀਆਂ ਤੇ ਪ੍ਰਸਿੱਧ ਇਮਾਰਤਾਂ ਵਿਖਾਓ ਜਿਹੜੀਆਂ ਉਸਨੇ ਪਹਿਲਾਂ ਵੇਖੀਆਂ ਨਾ ਹੋਣ, ਜਿਹੜੀਆਂ ਉਸ ਵੱਲੋਂ ਕਦੇ ਵੇਖਣ ਦੀ ਸੰਭਾਵਨਾ ਨਾ ਹੋਵੇ। ਉਸ ਦੀ ਫੇਰ ਯਾਦਗਾਰੀ ਹੋ ਨਿਬੜੇਗੀ। ਵੱਡੀਆਂ ਇਤਿਹਾਸਿਕ ਇਮਾਰਤਾਂ ਉਹਨਾਂ ਨੂੰ ਉਸਾਰਨ ਵਾਲੇ ਵਿਅਕਤੀਆਂ ਦੇ ਦ੍ਰਿੜ ਇਰਾਦਿਆਂ ਦਾ ਪ੍ਰਮਾਣ ਹੁੰਦੀਆਂ ਹਨ। ਤਾਜ ਮਹਿਲ ਉਸਾਰਨ ਦੇ ਵਸੀਲੇ ਹਜ਼ਾਰਾਂ ਕੋਲ ਹਨ, ਪਰ ਤਾਜ ਮਹਿਲ ਉਸਾਰਨ ਦਾ ਮਜ਼ਬੂਤ ਇਰਾਦਾ ਕਿਸੇ ਕੋਲ ਨਹੀਂ ਹੈ। ਪਿਰਾਮਿਡ ਮਿਸਤਰੀਆਂ ਦੀ ਦ੍ਰਿੜਤਾ ਦਾ ਪ੍ਰਮਾਣ ਹਨ। ਇਵੇਂ ਹੀ ਦੱਖਣੀ ਭਾਰਤ ਦੇ ਪੁਰਾਤਨ ਮੰਦਰ ਧੀਰਜ, ਕਲਾ, ਸਹਿਜ ਅਤੇ ਕਲਪਨਾ ਦੇ ਗਵਾਹ ਹਨ ਤੇ ਭਾਰਤੀ ਸੱਭਿਅਤਾ ਦੇ ਪ੍ਰਮਾਣ ਹਨ। ਰੋਮਨਾਂ ਯੂਨਾਨੀਆਂ ਦਾ ਇਹ ਵਿਸ਼ੇਸ਼ ਲੱਛਣ ਸੀ ਕਿ ਉਨ੍ਹਾਂ ਦੀਆਂ ਇਮਾਰਤਾਂ ਉਵੇਂ ਬਣੀਆਂ ਜਿਵੇਂ ਅਤੇ ਜਿਹੋ ਜਿਹੀਆਂ ਉਹ ਬਣਾਉਣੀਆਂ ਚਾਹੁੰਦੇ ਸਨ। ਉਨ੍ਹਾਂ ਲਈ ਭਾਵੇਂ ਕਿੰਨਾ ਵੀ ਵਕਤ ਲੱਗਿਆ, ਕਿੰਨਾ ਵੀ ਖਰਚ ਹੋਇਆ, ਕਿੰਨਾ ਵੀ ਯਤਨ ਕਰਨਾ ਪਿਆ, ਇਹੋ ਜਿਹੀਆਂ ਇਮਾਰਤਾਂ ਪਹਿਲਾਂ ਅਤੇ ਮਗਰੋਂ ਵੀ ਕਿਧਰੇ ਨਹੀਂ ਬਣੀਆਂ ਸਨ। ਯੂਨਾਨ ਅਤੇ ਰੋਮ ਦੇ ਅਜੋਕੇ ਖੰਡਰ ਉਸ ਯੁੱਗ ਦੇ ਲੋਕਾਂ ਦੀ ਦ੍ਰਿੜਤਾ, ਸਿਰੜ ਅਤੇ ਸਿਦਕ ਦੇ ਸਬੂਤ ਹਨ। ਪੁਰਾਤਨ ਇਮਾਰਤਾਂ ਜ਼ਿੰਦਗੀ ਦੀ ਨਿਰੰਤਰਤਾ ਦਾ ਪ੍ਰਤੀਕ ਹਨ ਅਤੇ ਮਾਨਵ ਜਾਤੀ ਨੂੰ ਨਵੇਂ ਉਪਰਾਲੇ ਅਤੇ ਨਵੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕਰਦੀਆਂ ਹਨ। ਇਹਨਾਂ ਨੂੰ ਵੇਖਣ ਨਾਲ ਹਿਰਦਾ ਵਿਸ਼ਾਲ ਅਤੇ ਮਨ ਭਾਉਂਦਾ ਉੱਚਾ ਹੁੰਦਾ ਹੈ। ਜਦੋਂ ਤੁਸੀਂ ਮਹਿਮਾਨ ਨੂੰ ਅਜਿਹੀਆਂ ਇਮਾਰਤਾਂ ਵਿਖਾਓਗੇ ਤਾਂ ਉਹਨਾਂ ਨੂੰ ਇਹਨਾਂ ਦੇ ਵੇਖੇ ਹੋਣ ਦਾ ਮਾਣ ਹੋਵੇਗਾ ਅਤੇ ਉਸਦੇ ਮਨ ਵਿੱਚ ਤੁਹਾਡੇ ਲਈ ਸ਼ੁਕਰਾਨਾ ਉਪਜੇਗਾ। ਖਿੜਕੀ ਨੰਬਰ 162। ਇੱਕ ਵਾਰੀ ਬਾਟਾ ਸੂ ਕੰਪਨੀ ਦਾ ਮਾਲਕ ਬਾਟਾ ਦਿੱਲੀ ਆਇਆ ਹੋਇਆ ਸੀ। ਮੈਂ ਆਪਣੇ ਇੱਕ ਮਿੱਤਰ ਨਾਲ ਉਸ ਵੱਲੋਂ ਬਾਟਾ ਕੰਪਨੀ ਨਾਲ ਵਪਾਰਕ ਸਾਂਝ ਵਧਾਉਣ ਦੇ ਉਦੇਸ਼ ਨਾਲ ਦੋ ਭਾਸ਼ੀਏ ਦਾ ਕਾਰਜ ਕਰਨ ਲਈ ਨਾਲ ਗਿਆ ਹੋਇਆ ਸਾਂ। ਅਸੀਂ ਉਸ ਦੇ ਕੰਪਨੀ ਦੇ ਨਿਵਾਸ ਸਥਾਨ 'ਤੇ ਮਿਲਣ ਗਏ। ਘਰ ਵਿੱਚ ਕਈ ਨੌਕਰ ਨੌਕਰਾਣੀਆਂ ਸਨ, ਪਰ ਸਾਡੇ ਲਈ ਚਾਹ ਵਾਲੀ ਤਸ਼ਕਰੀ ਮਾਲਕ ਬਾਟਾ ਆਪ ਚੁੱਕ ਕੇ ਲਿਆਇਆ। ਮੇਰੇ ਮਿੱਤਰ ਨੇ ਕਿਹਾ, ਤੁਹਾਡੇ ਇੰਨੇ ਨੌਕਰ ਚਾਕਰ ਹਨ, ਤੁਸੀਂ ਚਾਹ ਆਪ ਕਿਉਂ ਚੁੱਕ ਕੇ ਲਿਆਏ ਹੋ? ਬਾਟਾ ਨੇ ਮੈਨੂੰ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਸਬਕ ਸਿਖਾਇਆ। ਉਸਨੇ ਕਿਹਾ, ਤੁਸੀਂ ਮੇਰੇ ਨੌਕਰਾਂ ਦੇ ਨਹੀਂ, ਮੇਰੇ ਮਹਿਮਾਨ ਹੋ। ਖਿੜਕੀ ਨੰਬਰ 163। ਬਚਸਪਤੀ ਮਿਸਰ ਇੱਕ ਰਿਸ਼ੀ ਸਨ, ਜਿਨ੍ਹਾਂ ਨੇ ਵੇਦਾਂਤ ਨਾਂ ਦੇ ਇੱਕ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ ਹੈ, ਜਿਸ ਦੀ ਰਚਨਾ ਵਿੱਚ ਉਹਨਾਂ ਦਾ ਸਾਰਾ ਜੀਵਨ ਅਤੇ ਸਾਰੀ ਊਰਜਾ ਲੱਗ ਗਈ ਸੀ। ਜਦੋਂ ਉਹਨਾਂ ਦਾ ਵਿਆਹ ਹੋਇਆ, ਉਦੋਂ ਉਹਨਾਂ ਦਾ ਧਿਆਨ ਅਸਮਾਨ ਵੱਲ ਸੀ। ਉਹਨਾਂ ਨੂੰ ਆਪਣੀ ਪਤਨੀ ਦਾ ਕਦੇ ਚੇਤਾ ਹੀ ਨਾ ਆਇਆ। ਜਦੋਂ ਕਿ ਪਤਨੀ ਆਂਢ ਗੁਆਂਢ ਪਿਛਲੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਰਹੀ। ਜਿਸ ਸ਼ਾਮ ਨੂੰ ਗ੍ਰੰਥ ਮੁਕੰਮਲ ਹੋਇਆ, ਉਸ ਸ਼ਾਮ ਨੂੰ ਰਿਸ਼ੀ ਨੇ ਵੇਖਿਆ ਕਿ ਦੋ ਹੱਥਾਂ ਨੇ ਵੱਧ ਕੇ ਝੁੱਗੀ ਵਿਚਲਾ ਦੀਵਾ ਜਗਾਇਆ ਸੀ। ਰਿਸ਼ੀ ਨੇ ਵੇਖਿਆ ਕਿ ਉਹ ਇੱਕ ਇਸਤਰੀ ਦੇ ਹੱਥ ਸਨ। ਪੁੱਛਣ 'ਤੇ ਜਦੋਂ ਉਸ ਇਸਤਰੀ ਨੇ ਆਪਣੇ ਆਪ ਨੂੰ ਉਹਨਾਂ ਦੀ ਪਤਨੀ ਦੱਸਿਆ ਤਾਂ ਰਿਸ਼ੀ ਨੂੰ ਹੈਰਾਨੀ ਹੋਈ। ਪਤਨੀ ਨੇ ਦੱਸਿਆ, ਵਿਆਹ ਵੇਲੇ ਤੁਹਾਡਾ ਧਿਆਨ ਸਿਤਾਰਿਆਂ ਦੇ ਉੱਚੇ ਮੰਡਲਾਂ ਵੱਲ ਸੀ। ਮੇਰੇ ਮਾਪਿਆਂ ਨੇ ਮੈਨੂੰ ਤੁਹਾਡੇ ਪ੍ਰਤੀ ਅਰਪਣ ਕਰ ਦਿੱਤਾ ਸੀ। ਰਿਸ਼ੀ ਨੇ ਪਤਨੀ ਨੂੰ ਪੁੱਛਿਆ, ਕੋਈ ਇੱਛਾ ਹੈ? ਪਤਨੀ ਨੇ ਕਿਹਾ, ਮੇਰੀ ਇੱਛਾ ਸੀ ਕਿ ਸਾਡੀ ਸੰਤਾਨ ਹੋਵੇ ਤੇ ਸੰਸਾਰ ਵਿੱਚ ਸਾਡੀ ਕੋਈ ਨਿਸ਼ਾਨੀ ਜਾਂ ਸਾਡਾ ਨਾਂ ਹੋਵੇ। ਰਿਸ਼ੀ ਨੇ ਕਿਹਾ, ਸੰਤਾਨ ਤਾਂ ਹੁਣ ਸੰਭਵ ਨਹੀਂ, ਪਰ ਸੰਸਾਰ ਵਿੱਚ ਨਿਸ਼ਾਨੀ ਅਤੇ ਨਾਂ ਹੋਣ ਦੀ ਇੱਛਾ ਪੂਰੀ ਕੀਤੀ ਜਾ ਸਕਦੀ ਹੈ। ਰਿਸ਼ੀ ਨੇ ਪੁੱਛਿਆ, ਤੇਰਾ ਨਾਂ ਕੀ ਹੈ? ਪਤੀ ਨੇ ਆਪਣਾ ਨਾਂ ਭਾਮਤੀ ਦੱਸਿਆ ਅਤੇ ਰਿਸ਼ੀ ਨੇ ਕਲਮ ਨਾਲ ਗ੍ਰੰਥ ਦੇ ਮੁੱਖ ਪੰਨੇ 'ਤੇ ਗ੍ਰੰਥ ਦਾ ਨਾਂ ਭਾਮਤੀ ਲਿਖ ਦਿੱਤਾ ਅਤੇ ਭਾਮਤੀ ਨੂੰ ਅਮਰ ਕਰ ਦਿੱਤਾ। ਸੈਂਕੜੇ ਸਾਲਾਂ ਉਪਰੰਤ ਹੁਣ ਵੀ ਭਾਮਤੀ ਵੇਦਾਂਤ ਦਾ ਇੱਕ ਵੱਡਾ ਤੇ ਸਤਿਕਾਰਯੋਗ ਗ੍ਰੰਥ ਮੰਨਿਆ ਜਾਂਦਾ ਹੈ। ਖਿੜਕੀ ਨੰਬਰ 164। ਪੁਰਾਣੇ ਜ਼ਮਾਨੇ ਵਿੱਚ ਯੁੱਧ ਉਪਰੰਤ ਸਮਝੌਤੇ ਦੀ ਗੱਲਬਾਤ ਦੋਹਾਂ ਧਿਰਾਂ ਦੀ ਹਿੰਸਾਤਮਕ ਸ਼ਕਤੀ ਅਤੇ ਜਿਉਂਦਿਆਂ ਨੂੰ ਮਾਰਨ ਦੀ ਸਮਰੱਥਾ ਦੇ ਆਧਾਰ 'ਤੇ ਹੁੰਦੀ ਸੀ ਤੇ ਦੋਵੇਂ ਧਿਰਾਂ ਮਾਰੇ ਗਿਆਂ ਨੂੰ ਭੁੱਲ ਕੇ ਇੱਕ ਦੂਜੇ ਦੀ ਵਰਤਮਾਨ ਸ਼ਕਤੀ ਦੇ ਆਧਾਰ 'ਤੇ ਵਿਹਾਰ ਕਰਦੀਆਂ ਸਨ। ਮਰ ਗਿਆਂ ਬਾਰੇ ਸੋਚਦਿਆਂ ਕੋਈ ਸਮਝੌਤਾ ਸੰਭਵ ਨਹੀਂ ਹੁੰਦਾ। ਉਸ ਸਮੇਂ ਵੱਡੇ ਮਾਣ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਦੁਸ਼ਮਣ ਦਾ ਮਹਿਮਾਨ ਬਣ ਕੇ ਉਸਦੇ ਇਲਾਕੇ ਵਿੱਚ ਰਾਤ ਗੁਜ਼ਾਰਨਾ ਹੁੰਦਾ ਸੀ। ਇਸ ਹਿੰਸਾ ਵਾਲੇ ਵਾਤਾਵਰਣ ਵਿੱਚ ਆਪਣੇ ਆਪ ਨੂੰ ਦੁਸ਼ਮਣ ਦੇ ਹਵਾਲੇ ਕਰਨ ਦਾ ਪ੍ਰਤੀਕਾਤਮਕ ਕਾਰਜ ਹੁੰਦਾ ਸੀ। ਇਹ ਕਾਰਜ ਦਲੇਰ ਯੋਧੇ ਹੀ ਕਰ ਸਕਦੇ ਸਨ। ਦੂਜੇ ਪਾਸੇ ਕਿਲ੍ਹੇ ਦੇ ਮਾਲਕ ਆਪਣੇ ਕਿਲ੍ਹੇ ਦੀਆਂ ਕੁੰਜੀਆਂ ਮਹਿਮਾਨਾਂ ਨੂੰ ਸੰਭਾਲ ਕੇ ਉਸ ਉੱਤੇ ਆਪਣੇ ਵਿਸ਼ਵਾਸ ਅਤੇ ਉਸ ਪ੍ਰਤੀ ਆਪਣੀ ਸਦਭਾਵਨਾ ਦਾ ਪ੍ਰਗਟਾਵਾ ਕਰਦੇ ਸਨ।
ਤੋਂ ਕੱਢੇ ਜਾਣ ਜਾਂ ਮਾਰੇ ਜਾਣ ਦਾ ਡਰ ਦੋਹਾਂ ਧਿਰਾਂ ਦੇ ਮਨ ਵਿੱਚ ਹੁੰਦਾ ਸੀ। ਇੱਕ ਧਿਰ ਆਪਣੀ ਜਾਨ ਖਤਰੇ ਵਿੱਚ ਪਾਉਂਦੀ ਸੀ, ਰਾਤ ਦੁਸ਼ਮਣ ਨੂੰ ਦੇ ਕਿਲ੍ਹੇ ਵਿੱਚ ਗੁਜ਼ਾਰਦੀ ਸੀ। ਦੂਜੀ ਧਿਰ ਆਪਣੀ ਸਭ ਤੋਂ ਵੱਡੀ ਹਿਫਾਜ਼ਤ ਆਪਣਾ ਕਿਲ੍ਹਾ ਹੀ ਉਸਨੂੰ ਸੰਭਾਲ ਕੇ ਸਮਝੌਤੇ ਦੀ ਭਾਵਨਾ ਦਾ ਪ੍ਰਗਟਾਵਾ ਕਰਦੀ ਸੀ। ਸਮਝੌਤਾ ਅਗਲੀ ਸਵੇਰ ਨੂੰ ਕਲਮਬੰਦ ਹੁੰਦਾ ਸੀ। ਖਿੜਕੀ ਨੰਬਰ 165। ਇੱਕ ਇਸਤਰੀ ਨੇ ਆਪਣੇ ਪਤੀ ਨੂੰ ਦੱਸਿਆ ਕਿ ਮੈਨੂੰ ਚਿੰਤਾ ਲੱਗੀ ਹੋਈ ਹੈ ਕਿ ਮੇਰਾ ਭਰਾ ਸੰਨਿਆਸ ਲੈਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਅਤੇ ਉਹ ਸੰਨਿਆਸ ਲੈਣ ਵਾਸਤੇ ਸਭ ਕੁਝ ਤਿਆਗਣ ਦੀ ਤਿਆਰੀ ਕਰ ਰਿਹਾ ਹੈ। ਪਤੀ ਨੇ ਕਿਹਾ, ਚਿੰਤਾ ਨਾ ਕਰਿਆ ਕਰ, ਕੁਝ ਨਹੀਂ ਵਾਪਰੇਗਾ, ਸੰਨਿਆਸ ਤਿਆਰੀ ਕਰਕੇ ਨਹੀਂ ਲਏ ਜਾਂਦੇ। ਪਤਨੀ ਨੇ ਪਤੀ ਨੂੰ ਕਿਹਾ, ਤੁਸੀਂ ਦੱਸੋ ਸੰਨਿਆਸ ਕਿਵੇਂ ਲਿਆ ਜਾਂਦਾ ਹੈ? ਪਤੀ ਨੇ ਕਿਹਾ, ਵੇਖਣਾ ਚਾਹੁੰਦੀ ਹੈ ਸੰਨਿਆਸ ਕੌਣ ਲੈਂਦਾ ਹੈ, ਕਿਵੇਂ ਲੈਂਦਾ ਹੈ? ਪਤੀ ਨੇ ਉਸੇ ਵੇਲੇ ਆਪਣੇ ਕੱਪੜੇ ਤਿਆਗ ਦਿੱਤੇ, ਲੰਗੋਟ ਬੰਨ੍ਹ ਲਿਆ ਅਤੇ ਕਿਹਾ, ਤੂੰ ਅਤੇ ਹੋਰ ਸਾਰੀਆਂ ਇਸਤਰੀਆਂ ਮੇਰੀਆਂ ਮਾਵਾਂ ਹੋ ਅਤੇ ਉਸੇ ਪਲ ਉਹ ਸੰਨਿਆਸੀ ਬਣ ਕੇ ਚਲਿਆ ਗਿਆ, ਸੰਨਿਆਸੀਆਂ ਵਾਂਗ ਸਦਾ ਵਾਸਤੇ। ਖਿੜਕੀ ਨੰਬਰ 166। ਦੂਜੇ ਵਿਸ਼ਵ ਯੁੱਧ ਵਿੱਚ ਚਰਚਿਲ ਰੇਡੀਓ ਸਟੇਸ਼ਨ 'ਤੇ ਭਾਸ਼ਣ ਰਿਕਾਰਡ ਕਰਵਾ ਕੇ ਸਟੂਡੀਓ ਵਿੱਚੋਂ ਨਿਕਲਿਆ ਤਾਂ ਉਸਨੇ ਇੱਕ ਟੈਕਸੀ ਵਾਲੇ ਨੂੰ ਬੁਲਾਇਆ। ਸੁਰੱਖਿਆ ਕਾਰਨਾਂ ਕਰਕੇ ਚਰਚਿਲ ਇੱਕ ਆਮ ਵਿਅਕਤੀ ਬਣਿਆ ਹੋਇਆ ਸੀ। ਟੈਕਸੀ ਵਾਲੇ ਨੇ ਕਿਹਾ, ਮੈਂ ਨਹੀਂ ਜਾ ਸਕਦਾ। 1 ਘੰਟੇ ਵਿੱਚ ਰੇਡੀਓ ਤੋਂ ਪ੍ਰਧਾਨ ਮੰਤਰੀ ਚਰਚਿਲ ਦਾ ਘਰ ਜਾ ਕੇ ਭਾਸ਼ਣ ਸੁਣਨਾ ਹੈ। ਚਰਚਿਲ ਬੜਾ ਪ੍ਰਸੰਨ ਹੋਇਆ ਅਤੇ ਟੈਕਸੀ ਵਾਲੇ ਨੂੰ 10 ਪਾਉਂਡ ਦਾ ਨੋਟ ਇਨਾਮ ਦਿੱਤਾ। ਦੂਜੇ ਵਿਸ਼ਵ ਯੁੱਧ ਦੌਰਾਨ 10 ਪਾਉਂਡ ਬੜੀ ਵੱਡੀ ਰਕਮ ਸੀ। ਇੰਨਾ ਵੱਡਾ ਇਨਾਮ ਮਿਲਣ 'ਤੇ ਟੈਕਸੀ ਵਾਲੇ ਨੇ ਸੋਚਿਆ ਕਿ ਗਾਹਕ ਚੰਗਾ ਹੈ, ਜਾਣਾ ਵੀ ਦੂਰ ਹੈ, ਚੰਗੇ ਪੈਸੇ ਬਣਨਗੇ। ਸੋ ਉਸਨੇ ਕਿਹਾ, ਨਰਕ ਵਿੱਚ ਸੁੱਟੋ ਚਰਚਿਲ ਨੂੰ, ਆਓ ਬੈਠੋ। ਇਹ ਪੈਸੇ ਦੀ ਤਾਕਤ ਸੀ। ਖਿੜਕੀ ਨੰਬਰ 167। ਮਨ ਬਾਰੇ ਜਿੰਨਾ ਡੂੰਘਾ ਚਿੰਤਨ ਬੁੱਧ ਨੇ ਕੀਤਾ ਹੈ, ਉਸ ਤੋਂ ਪਹਿਲਾਂ ਜਾਂ ਮਗਰੋਂ ਕਿਸੇ ਨੇ ਨਹੀਂ ਕੀਤਾ, ਕਿਸੇ ਤੋਂ ਹੋਇਆ ਹੀ ਨਹੀਂ। ਭਾਰਤ ਵਿੱਚ ਮਹਾਤਮਾ ਦੀ ਪਦਵੀ ਸਭ ਤੋਂ ਪਹਿਲਾਂ ਬੁੱਧ ਨੂੰ ਮਿਲੀ ਸੀ ਅਤੇ 2000 ਸਾਲ ਨਾਲੋਂ ਵੀ ਵੱਧ ਸਮੇਂ ਮਗਰੋਂ ਗਾਂਧੀ ਜੀ ਨੂੰ ਮਿਲੀ ਸੀ। ਬੁੱਧ ਕਿਹਾ ਕਰਦੇ ਸਨ ਕਿ ਦੇਵਤਿਆਂ 'ਤੇ ਭਰੋਸਾ ਕਰਨ ਨਾਲ ਮਨੁੱਖ ਦੇ ਚਰਿੱਤਰ ਅਤੇ ਵਿਹਾਰ ਵਿੱਚ ਢਿੱਲਾਪਣ ਆ ਜਾਂਦਾ ਹੈ। ਅਦਿੱਖ ਦੇਵਤਿਆਂ ਨੂੰ ਆਪਣੇ ਭਾਗਾਂ ਦਾ ਵਿਧਾਤਾ ਮੰਨਣ ਵਾਲਾ ਵਿਅਕਤੀ ਸਿੱਥਲ ਅਤੇ ਸੁਸਤ ਹੋ ਜਾਂਦਾ ਹੈ। ਉਹ ਇਸ ਉਮੀਦ ਨਾਲ ਮਾੜਾ ਕੰਮ ਕਰਨ ਤੋਂ ਨਹੀਂ ਰੁਕਦਾ ਕਿ ਇਸ ਨਾਲ ਜਿਹੜਾ ਪਾਪ ਹੋਵੇਗਾ ਉਹ ਦੇਵਤੇ ਤੋਂ ਮਾਫ਼ ਕਰਵਾ ਲਵੇਗਾ। ਆਤਮਾ ਨੂੰ ਅਵਿਨਾਸ਼ੀ ਕਹਿਣ ਨਾਲ ਮਨੁੱਖ ਵਿੱਚ ਹੰਕਾਰ ਉਪਜਦਾ ਹੈ। ਬੁੱਧ ਨੇ ਪ੍ਰਾਰਥਨਾ ਦੀ ਪ੍ਰਥਾ ਵੀ ਨਹੀਂ ਚਲਾਈ, ਕਿਉਂਕਿ ਇਹ ਵੀ ਕਮਜ਼ੋਰੀ ਦਾ ਪਹਿਲੂ ਹੈ, ਕਿਉਂਕਿ ਜਿਹੜਾ ਮਨੁੱਖ ਪ੍ਰਾਰਥਨਾ ਕਰਦਾ ਹੈ, ਬੁੱਧ ਮਤ ਅਨੁਸਾਰ ਉਹ ਕਰਮਹੀਣ ਅਤੇ ਅਸਾਵਧਾਨ ਹੋ ਕੇ ਦੇਵਤੇ ਤੋਂ ਅਜਿਹੀ ਚੀਜ਼ ਮੰਗ ਰਿਹਾ ਹੁੰਦਾ ਹੈ ਜਿਹੜੀ ਦੇਵਤੇ ਜਾਂ ਗੁਰੂ ਦੇ ਵਰਦਾਨ ਨਾਲ ਨਹੀਂ, ਮਨੁੱਖ ਦੇ ਉਦਮ ਵਿੱਚੋਂ ਉਪਜਣੀ ਚਾਹੀਦੀ ਹੈ। ਖਿੜਕੀ ਨੰਬਰ 168। ਇੱਕ ਕੀੜੀ ਦੇ ਮਨ ਵਿੱਚ ਹਾਥੀ ਦੀ ਮਹਿਮਾਨ ਬਣ ਕੇ ਉਸਦੇ ਕੰਨ ਵਿੱਚ ਰਹਿਣ ਦੀ ਇੱਛਾ ਜਾਗੀ। ਕੀੜੀ ਨੇ ਹਾਥੀ ਨੂੰ ਨੋਟਿਸ ਭੇਜਿਆ ਕਿ ਤੁਹਾਡੇ ਕੰਨ ਵਿੱਚ ਰਹਿਣਾ ਚਾਹੁੰਦੀ ਹਾਂ, ਕੋਈ ਇਤਰਾਜ਼ ਹੋਵੇ ਤਾਂ ਦੱਸ ਦੇਵੋ। ਜੇ 1 ਹਫ਼ਤਾ ਕੋਈ ਜਵਾਬ ਨਾ ਆਇਆ ਤਾਂ ਸਮਝ ਲਿਆ ਜਾਵੇਗਾ ਕਿ ਕੋਈ ਇਤਰਾਜ਼ ਨਹੀਂ। ਹਫ਼ਤੇ ਮਗਰੋਂ ਕੀੜੀ ਹਾਥੀ ਦੇ ਕੰਨ ਵਿੱਚ ਰਹਿਣ ਲੱਗ ਪਈ ਅਤੇ ਜਲਦੀ ਹੀ ਕੰਨ ਵਿਚਲੀ ਗਰਮੀ ਅਤੇ ਪਸੀਨੇ ਤੋਂ ਤੰਗ ਆ ਗਈ। ਸੋਚਿਆ, ਹਾਥੀ ਕਹੇਗਾ, ਪਹਿਲਾਂ ਤਾਂ ਨੋਟਿਸ ਭੇਜੀ ਜਾਂਦੀ ਸੀ, ਫਿਰ ਜਲਦੀ ਚਲੀ ਵੀ ਗਈ। ਕੁਝ ਦਿਨ ਹੋਰ ਰਹਿ ਕੇ ਫਿਰ ਨੋਟਿਸ ਭੇਜਿਆ, ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਹੈ, ਨੋਟਿਸ ਭੇਜ ਰਹੀ ਹਾਂ। ਜੇ 1 ਹਫ਼ਤੇ ਵਿੱਚ ਕੋਈ ਇਤਰਾਜ਼ ਨਾ ਆਇਆ ਤਾਂ ਚਲੀ ਜਾਵਾਂਗੀ। ਕੋਈ ਉੱਤਰ ਨਾ ਆਇਆ ਅਤੇ ਹਫ਼ਤੇ ਮਗਰੋਂ ਕੀੜੀ ਚਲੀ ਗਈ। ਵਾਸਤਵ ਵਿੱਚ ਹਾਥੀ ਨੂੰ ਨਾ ਕੀੜੀ ਦੇ ਆਉਣ ਦਾ ਪਤਾ ਲੱਗਾ ਤੇ ਨਾ ਜਾਣ ਦਾ। ਹਾਥੀ ਵਰਗੇ ਸੰਸਾਰ ਨੂੰ ਤੁਹਾਡੇ ਜਨਮ ਲੈਣ ਜਾਂ ਤੁਰ ਜਾਣ ਦਾ ਕੋਈ ਚਿੱਤ ਚੇਤਾ ਨਹੀਂ। ਕੀੜੀ ਵਾਂਗ ਐਵੇਂ ਨੋਟਿਸ ਨਾ ਭੇਜੀ ਜਾਓ। ਖਿੜਕੀ ਨੰਬਰ 169। ਦੂਜੇ ਵਿਸ਼ਵ ਯੁੱਧ ਦੌਰਾਨ ਜਿਹੜੇ ਜੰਗੀ ਕੈਦੀ ਬੰਦੀ ਬਣਾਏ ਗਏ ਸਨ, ਜਦੋਂ ਉਹ ਛੱਡੇ ਗਏ ਤਾਂ 4 ਸਾਲ ਮਗਰੋਂ ਇੱਕ ਕੈਦੀ ਰਿਹਾ ਹੋ ਕੇ ਘਰ ਜਾ ਰਿਹਾ ਸੀ। ਸਮੁੰਦਰੀ ਜਹਾਜ਼ ਵਿੱਚ ਜਾਣਾ ਸੀ। ਜਾਣ ਵਾਲਿਆਂ ਵਿੱਚ ਅਖੀਰਲੇ ਕੈਦੀ ਨੇ ਆਪਣੇ ਤੋਂ ਪਿਛਲੇ ਨੂੰ ਪੁੱਛਿਆ, ਤੁਹਾਨੂੰ ਘਰ ਕੌਣ ਉਡੀਕ ਰਿਹਾ ਹੈ? ਉਸਨੇ ਦੱਸਿਆ, ਮਾਪੇ, ਬੀਵੀ, ਬੱਚੇ ਹਨ। ਉਹ ਅਖੀਰਲੇ ਬੰਦੇ ਨੇ ਕਿਹਾ, ਮੇਰੀ ਵਾਰੀ ਹੈ, ਮੇਰੀ ਥਾਂ ਤੁਸੀਂ ਚਲੇ ਜਾਓ, ਕਿਉਂਕਿ ਮੈਨੂੰ ਉਡੀਕਣ ਵਾਲਾ ਕੋਈ ਨਹੀਂ। ਅਗਲਾ ਜਹਾਜ਼ ਪਤਾ ਨਹੀਂ ਕਦੋਂ ਆਉਣਾ ਸੀ। ਇਹ ਵੀ ਨਹੀਂ ਸੀ ਪਤਾ ਕਿ ਆਉਣਾ ਵੀ ਸੀ ਜਾਂ ਨਹੀਂ। ਉਹ ਬੀਵੀ ਬੱਚਿਆਂ ਵਾਲਾ ਸੰਸਾਰ ਵਿੱਚ ਉਸ ਇਕੱਲੇ ਵਿਅਕਤੀ ਦੀ ਕੁਰਬਾਨੀ ਦਾ ਆਪਣੀਆਂ ਭਰੀਆਂ ਅੱਖਾਂ ਨਾਲ ਧੰਨਵਾਦ ਕਰਕੇ ਚਲਿਆ ਗਿਆ। ਭਾਵੇਂ ਉਸਨੇ 4 ਸਾਲ ਬੰਦੀ ਜੀਵਨ ਦੇ ਗੁਜ਼ਾਰੇ ਸਨ, ਪਰ ਉਸਨੂੰ ਤਿਆਗ ਅਤੇ ਕੁਰਬਾਨੀ ਦਾ ਇੰਨਾ ਡੂੰਘਾ ਤਜਰਬਾ ਨਹੀਂ ਸੀ ਹੋਇਆ। ਜੰਗੀ ਕੈਦੀ ਬੜੇ ਚੰਗੇ ਸਾਥੀ ਬਣ ਜਾਂਦੇ ਹਨ। ਉਹ ਬੜੇ ਉਦਾਰ ਅਤੇ ਸਭ ਕੁਝ ਨਿਸ਼ਾਵਰ ਕਰਨ ਵਾਲੇ ਹੋ ਨਿਬੜਦੇ ਹਨ। ਜਿਉਣ ਲਈ ਕੈਦ ਵਿੱਚ ਵੀ ਕੈਦੀ ਕੋਈ ਉਦੇਸ਼ ਮਿਥ ਲੈਂਦੇ ਸਨ।
ਇਹਨਾਂ ਜੰਗੀ ਕੈਦੀਆਂ ਨੇ ਉਦੇਸ਼ ਮਿਥਿਆ ਹੋਇਆ ਸੀ ਕਿ ਅਸੀਂ ਕੈਦ ਵਿੱਚ ਨਹੀਂ, ਘਰ ਜਾ ਕੇ ਮਰਾਂਗੇ। 20 ਬੱਚਿਆਂ ਵਾਲਾ ਕੈਦੀ ਘਰ ਪਹੁੰਚਿਆ, ਸਵਾਗਤ ਹੋਇਆ। 3-4 ਦਿਨਾਂ ਵਿੱਚ ਹੀ ਉਹ ਘਰ ਦੇ ਜੀਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਝਗੜਿਆਂ ਅਤੇ ਉਹਨਾਂ ਦੀ ਆਪਸੀ ਸਾੜੇ ਈਰਖਾ ਨਾਲ ਅੱਕ ਗਿਆ। ਬੱਚੇ ਬਿਸਕੁਟਾਂ ਪਿੱਛੇ ਲੜ ਰਹੇ ਸਨ। ਪਤਨੀ ਸਭ ਪ੍ਰਕਾਰ ਦੇ ਗਿਲੇ-ਸ਼ਿਕਵੇ ਕਰਨ ਲੱਗ ਪਈ ਸੀ, ਜਦੋਂ ਕਿ ਉਸ ਆਦਮੀ ਨੂੰ ਆਪਣੀ ਵਾਰੀ ਉਸ ਨੂੰ ਦੇਣ ਵਾਲੇ ਦੀ ਸ਼ਕਲ ਅੱਖਾਂ ਤੋਂ ਪਰ੍ਹੇ ਨਹੀਂ ਸੀ ਹੋ ਰਹੀ। ਉਸਨੇ ਕੁਰਬਾਨੀ ਦੀ ਕਿਹੜੀ ਦੁਨੀਆ ਵੇਖੀ ਸੀ ਅਤੇ ਉਹ ਨਿੱਕੇ-ਨਿੱਕੇ ਸਵਾਰਥਾਂ ਦੇ ਕਿਹੜੇ ਸੰਸਾਰ ਵਿੱਚ ਆ ਗਿਆ ਸੀ। ਉਹ ਉਸ ਦੁਨੀਆ ਅਤੇ ਇਸ ਸੰਸਾਰ ਵਿੱਚ ਤਾਲਮੇਲ ਨਾ ਉਸਾਰ ਸਕਿਆ ਅਤੇ ਪਾਗਲ ਹੋ ਗਿਆ। ਖਿੜਕੀ ਨੰਬਰ 170। ਚਿੱਤਰਕਾਰੀ ਦੀ ਇੱਕ ਕਲਾਸ ਵਿੱਚ ਬੱਚਿਆਂ ਨੂੰ ਰੱਬ ਦਾ ਚਿੱਤਰ ਬਣਾਉਣ ਲਈ ਕਿਹਾ ਗਿਆ। ਬੱਚਿਆਂ ਨੇ ਭਾਂਤ-ਭਾਂਤ ਦੇ ਆਕਾਰਾਂ, ਸ਼ਕਲਾਂ, ਰੂਪਾਂ ਵਾਲੇ ਚਿੱਤਰ ਬਣਾਏ। ਇੱਕ ਲੜਕੀ ਨੇ ਇੱਕ ਜੰਗਲ ਦਾ ਦਰੱਖਤ, ਬੂਟਿਆਂ, ਫੁੱਲਾਂ ਦਾ ਚਿੱਤਰ ਬਣਾ ਕੇ ਥੱਲੇ ਲਿਖਿਆ, ਰੱਬ ਇੱਥੇ ਰਹਿੰਦਾ ਹੈ। ਇਹ ਚਿੱਤਰ ਅੱਵਲ ਚੁਣਿਆ ਗਿਆ ਸੀ। ਖਿੜਕੀ ਨੰਬਰ 171। ਇੱਕ ਵਿਅਕਤੀ ਨੂੰ ਤਿਤਲੀਆਂ ਪਾਲਣ ਦਾ ਸ਼ੌਕ ਸੀ। ਜਦੋਂ ਤਿਤਲੀਆਂ ਕੋਇਆ ਵਿੱਚੋਂ ਨਿਕਲਣ ਲਈ ਜੱਦੋ-ਜਹਿਦ ਕਰਦੀਆਂ ਸਨ ਤਾਂ ਉਹ ਉਹਨਾਂ ਦੀ ਜ਼ਿੰਦਗੀ-ਮੌਤ ਦੀ ਵਿਚਕਾਰਲੀ ਹਾਲਤ ਬਰਦਾਸ਼ਤ ਨਹੀਂ ਸੀ ਕਰ ਸਕਦਾ ਅਤੇ ਉਹ ਆਪਣੇ ਅੰਗੂਠੇ ਦੇ ਨਹੁੰ ਨਾਲ ਉਹਨਾਂ ਨੂੰ ਕੋਇਆਂ ਵਿੱਚੋਂ ਬਾਹਰ ਕੱਢ ਦਿੰਦਾ ਸੀ। ਪਰ ਉਸਦੇ ਅਜਿਹੇ ਸਖਾਵੇ ਯਤਨਾਂ ਨਾਲ ਪੈਦਾ ਹੋਈ ਕੋਈ ਤਿਤਲੀ ਉੱਡਦੀ ਨਹੀਂ ਸੀ। ਜੀਵਨ ਵਿੱਚ ਵੀ ਐਵੇਂ ਹੀ ਵਾਪਰਦਾ ਹੈ। ਜਿਨ੍ਹਾਂ ਨੇ ਆਪ ਬੜੀ ਮਿਹਨਤ ਅਤੇ ਜੱਦੋ-ਜਹਿਦ ਕੀਤੀ ਹੁੰਦੀ ਹੈ, ਉਹ ਸਾਰਾ ਜ਼ੋਰ ਆਪਣੇ ਧੀਆਂ-ਪੁੱਤਰ ਦਾ ਰਾਹ ਪੱਧਰਾ ਕਰਨ ਤੇ ਉਹਨਾਂ ਦੇ ਜੀਵਨ ਨੂੰ ਸੁਖੀ ਬਣਾਉਣ ਤੇ ਲਾ ਦਿੰਦੇ ਹਨ। ਉਹ ਬੱਚਿਆਂ ਦਾ ਲੋੜ ਨਾਲੋਂ ਅਧਿਕ ਧਿਆਨ ਰੱਖਦੇ ਹਨ ਤੇ ਕੋਈ ਮੁਸ਼ਕਿਲ ਜਾਂ ਸਮੱਸਿਆ ਉਪਜਣ ਤੋਂ ਪਹਿਲਾਂ ਹੀ ਹੱਲ ਕਰ ਦਿੰਦੇ ਹਨ। ਅਜਿਹਾ ਕਰਦਿਆਂ ਉਹ ਆਪਣੀ ਸੰਤਾਨ ਨੂੰ ਜੱਦੋ-ਜਹਿਦ ਅਤੇ ਮਿਹਨਤ ਵਿੱਚ ਗੁਜ਼ਰਦਿਆਂ ਸਿੱਖੇ ਜਾਣ ਵਾਲੇ ਸਬਕ ਸਿੱਖਣ ਹੀ ਨਹੀਂ ਦਿੰਦੇ ਅਤੇ ਉਹਨਾਂ ਵਿੱਚ ਸਵੈ-ਕਾਬੂ, ਸੰਜਮ, ਸਬਰ, ਸੰਕੋਚ, ਤਿਆਗ, ਮਿਲਵਰਤਨ ਆਦਿ ਜਿਹੇ ਗੁਣ ਤੇ ਸਮਝ ਉਪਜਣ ਹੀ ਨਹੀਂ ਦਿੰਦੇ, ਜਿਸ ਕਾਰਨ ਉਹਨਾਂ ਦੇ ਵਿਹਾਰ ਵਿੱਚ ਅਨੁਸ਼ਾਸਨ ਹੁੰਦਾ ਹੀ ਨਹੀਂ। ਐਵੇਂ ਉਹ ਆਪਣੇ ਬੱਚਿਆਂ ਨੂੰ ਇਸ ਸੰਸਾਰ ਵਿੱਚ ਸਥਾਪਤ ਹੋਣ ਹੀ ਨਹੀਂ ਦਿੰਦੇ। ਬੜੀ ਦੇਰ ਮਗਰੋਂ ਉਹਨਾਂ ਨੂੰ ਬੜੀ ਮਹਿੰਗੀ ਅਤੇ ਪਛਤਾਵੇ ਭਰੀ ਸਮਝ ਆਉਂਦੀ ਹੈ ਕਿ ਗਮਲਿਆਂ ਵਿੱਚ ਦਰੱਖਤ ਨਹੀਂ ਲੱਗਦੇ। ਖਿੜਕੀ ਨੰਬਰ 172। ਇੱਕ ਪਤੀ ਪ੍ਰੇਮਿਕਾ ਤੋਂ ਬਣੀ ਪਤਨੀ ਨੂੰ ਕਹਿ ਰਿਹਾ ਸੀ, ਜਦੋਂ ਤੂੰ ਮੇਰੀ ਪ੍ਰੇਮਿਕਾ ਸੀ ਤਾਂ ਤੂੰ ਉਸ ਵੇਲੇ ਜਿਹੋ ਜਿਹਾ ਪਿਆਰ ਕਰਦੀ ਸੀ, ਉਹੋ ਜਿਹਾ ਹੁਣ ਪਤਨੀ ਬਣ ਕੇ ਕਿਉਂ ਨਹੀਂ ਕਰਦੀ? ਪਤਨੀ ਨੇ ਉਸ ਵੱਲ ਵੇਖ ਕੇ ਕਿਹਾ, ਕਿਉਂਕਿ ਹੁਣ ਤੁਸੀਂ ਉਸ ਵੇਲੇ ਜਿਹੋ ਜਿਹੀਆਂ ਗੱਲਾਂ ਕਰਦੇ ਸੀ, ਉਹੋ ਜਿਹੀਆਂ ਗੱਲਾਂ ਨਹੀਂ ਕਰਦੇ। ਉਹ ਪਿਆਰ ਅਣਜਾਣੇ ਵਿੱਚ ਸੁਭਾਵਕ ਹੀ ਦੋ ਅਜਨਬੀਆਂ ਵਿੱਚ ਵਾਪਰਿਆ ਸੀ। ਉਦੋਂ ਤੁਸੀਂ ਮੇਰੇ ਪਤੀ ਨਹੀਂ, ਪ੍ਰੇਮੀ ਸੀ ਤੇ ਮੈਂ ਤੁਹਾਡੀ ਪਤਨੀ ਨਹੀਂ, ਪ੍ਰੇਮਿਕਾ ਸਾਂ। ਸਾਡਾ ਇੱਕ ਦੂਜੇ ਤੇ ਕੋਈ ਜ਼ੋਰ ਨਹੀਂ ਸੀ। ਸਾਨੂੰ ਇੱਕ ਦੂਜੇ ਦਾ ਪਿਛੋਕੜ ਜਾਣਨ ਵਿੱਚ ਦਿਲਚਸਪੀ ਨਹੀਂ ਸੀ। ਅਸੀਂ ਇੱਕ ਦੂਜੇ ਤੋਂ ਕੁਰਬਾਨ ਹੋਣ ਲਈ ਤਤਪਰ ਰਹਿੰਦੇ ਸਾਂ। ਉਦੋਂ ਮੈਂ ਤੁਹਾਨੂੰ ਬਿਨ ਮੰਗੇ ਪਿਆਰ ਦਿੱਤਾ ਸੀ। ਉਦੋਂ ਤੁਸੀਂ ਵੀ ਮੈਨੂੰ ਆਪਣੇ ਨਾਲੋਂ ਵਧੇਰੇ ਮਹੱਤਵ ਦਿੱਤਾ ਸੀ। ਜੋ ਕੁਝ ਭੋਲੇਪਣ ਵਿੱਚ ਅਣਜਾਣੇ ਵਾਪਰਿਆ ਸੀ, ਉਹ ਸੁਚੇਤ ਹੋ ਕੇ ਸਭ ਕੁਝ ਜਾਣਦਿਆਂ ਵਰਤਣਾ-ਵਰਤਾਉਣਾ ਸੰਭਵ ਨਹੀਂ ਹੋ ਸਕਦਾ। ਖਿੜਕੀ ਨੰਬਰ 173। ਰੈਡੋਲਫ ਮਾਪਿਆਂ ਦਾ 22ਵਾਂ ਬੱਚਾ ਸੀ। ਵਕਤ ਤੋਂ ਪਹਿਲਾਂ ਜੰਮ ਪਿਆ ਸੀ। ਬੜਾ ਕਮਜ਼ੋਰ ਸੀ, ਪਰ ਦੌੜਾਂ ਲਾਉਣ ਦਾ ਸ਼ੌਕੀਨ ਸੀ। ਉਹ ਹਰ ਦੌੜ ਵਿੱਚ ਅਖੀਰ 'ਤੇ ਹੀ ਆਉਂਦਾ ਸੀ। ਸਾਰੇ ਮਖੌਲ ਉਡਾਉਂਦੇ ਸਨ ਅਤੇ ਛੇੜਦੇ ਸਨ ਕਿ ਪਿਛਲੇ ਪਾਸੇ ਤੋਂ ਅੱਵਲ ਆਉਂਦਾ ਹੈ। ਦੋਸਤਾਂ, ਰਿਸ਼ਤੇਦਾਰਾਂ ਨੇ ਦੌੜਨਾ ਤਿਆਗਣ ਲਈ ਕਿਹਾ, ਪਰ ਦੌੜਨ ਦੇ ਸ਼ੌਕ ਨੇ ਉਸਦੀ ਸਰੀਰਕ ਕਮਜ਼ੋਰੀ ਦੂਰ ਕਰ ਦਿੱਤੀ ਸੀ। ਉਹ ਤੰਦਰੁਸਤ ਹੋਣ ਵਾਸਤੇ ਵੀ ਦੌੜਨਾ ਪਸੰਦ ਕਰਦਾ ਸੀ। ਜਿਹੜਾ ਵੀ ਉਸਨੂੰ ਦੌੜਨ ਦਾ ਖਹਿੜਾ ਛੱਡਣ ਲਈ ਕਹਿੰਦਾ, ਉਹ ਉਸਨੂੰ ਕਿਹਾ ਕਰਦਾ ਸੀ, ਇੱਕ ਵਾਰੀ ਅੱਵਲ ਆ ਕੇ ਦੌੜਨਾ ਤਿਆਗ ਦਿਆਂਗਾ। ਯਤਨ ਕਰਦਾ ਰਿਹਾ, ਹਿੰਮਤ ਨਹੀਂ ਹਾਰਿਆ। ਇੱਕ ਵਾਰੀ ਉਹ ਅੱਵਲ ਆ ਗਿਆ ਅਤੇ ਫਿਰ ਹਰੇਕ ਦੌੜ ਵਿੱਚ ਉਹ ਅੱਵਲ ਆਉਣ ਲੱਗ ਪਿਆ। ਅਜਿਹਾ ਉਸ ਰੈਡੋਲਫ ਨਾਲ ਹੀ ਨਹੀਂ ਵਾਪਰਿਆ, ਅਜਿਹਾ ਨਿਰੰਤਰ ਮਿਹਨਤ ਕਰਨ ਵਾਲੇ ਹਰ ਕਿਸੇ ਨਾਲ ਵਾਪਰ ਸਕਦਾ ਹੈ। ਖਿੜਕੀ ਨੰਬਰ 174। ਪਿਆਰ ਵਿੱਚ ਸੋਚ ਜਾਂ ਅਕਲ ਨਹੀਂ ਚੱਲਦੀ, ਕਿਉਂਕਿ ਅਕਲ ਅਤੇ ਸੋਚ ਦਾ ਉਦੇਸ਼ ਲਾਭ ਕਮਾਉਣਾ ਹੁੰਦਾ ਹੈ, ਜਦੋਂ ਕਿ ਪਿਆਰ ਨਫ਼ੇ-ਨੁਕਸਾਨ ਤੋਂ ਬੇਪਰਵਾਹ ਹੋ ਕੇ ਆਪਣੇ ਆਪ ਨੂੰ ਦਾਅ 'ਤੇ ਲਾਉਣਾ ਅਤੇ ਲੁਟਾਉਣਾ ਹੁੰਦਾ ਹੈ। ਪਿਆਰ ਵਿੱਚ ਦੋ ਤੋਂ ਇੱਕ ਹੋਣ ਦੀ ਤਾਂਘ ਹੁੰਦੀ ਹੈ। ਇਸ ਵਿੱਚ ਆਨੰਦ ਹਾਰਨ ਵਿੱਚ ਮਿਲਦਾ ਹੈ, ਕਿਉਂਕਿ ਉਦੇਸ਼ ਦੂਜੇ ਨੂੰ ਜਿਤਾਉਣਾ ਹੁੰਦਾ ਹੈ। ਦੋਵੇਂ ਧਿਰਾਂ ਹਰ ਨੁਕਸਾਨ ਬਰਦਾਸ਼ਤ ਕਰਨ ਲਈ ਤਤਪਰ ਰਹਿੰਦੀਆਂ ਹਨ। ਅਕਲ ਅਤੇ ਸੋਚ ਦੋ ਤੋਂ ਇੱਕ ਹੋਣ ਦੀ ਤਾਂਘ ਨਹੀਂ ਸਮਝ ਸਕਦੀ, ਕਿਉਂਕਿ ਅਕਲ ਅਤੇ ਸੋਚ 2 ਤੋਂ 3, 3 ਤੋਂ 4 ਬਣਾਉਣਾ ਚਾਹੁੰਦੀ ਹੈ। 2 ਤੋਂ 1 ਹੋਣਾ ਅਕਲ-ਸੋਚ ਦੀ ਸੂਝ ਦੇ ਘੇਰੇ ਤੋਂ ਬਾਹਰ ਦੀ ਗੱਲ ਹੁੰਦੀ ਹੈ। ਅਕਲ ਨੁਕਸਾਨ ਨਹੀਂ ਸਹਾਰ ਸਕਦੀ, ਸੋਚ ਕੇਵਲ ਲਾਭ ਸੋਚਦੀ ਹੈ। ਇਹੀ ਕਾਰਨ ਹੈ ਕਿ ਸੰਸਾਰ ਵਿੱਚ ਵਪਾਰ ਕਰਨ ਵਾਲਿਆਂ ਅਤੇ ਪਿਆਰ ਕਰਨ ਵਾਲਿਆਂ ਵਿਚਕਾਰ ਅਕਸਰ ਨਹੀਂ ਬਣਦੀ।
ਖਿੜਕੀ ਨੰਬਰ 175 ਪੁੱਤਰ ਫਜ਼ੂਲ ਖਰਚ ਸੀ, ਅਜਿਹੀ ਹੀ ਉਸਦੀ ਸੰਗਤ ਸੀ। ਪਿਤਾ ਉਸਨੂੰ ਪੈਸੇ ਅਤੇ ਚੰਗੀ ਦੋਸਤੀ ਦਾ ਮਹੱਤਵ ਸਮਝਾ ਕੇ ਸਿੱਧੇ ਰਸਤੇ ਲਿਆਉਣਾ ਚਾਹੁੰਦਾ ਸੀ। ਇੱਕ ਦਿਨ ਉਸਨੇ ਆਪਣੇ ਪੁੱਤਰ ਨੂੰ ਕਿਹਾ, ਕੁਝ ਪੈਸੇ ਚਾਹੀਦੇ ਹਨ। ਪੁੱਤਰ ਨੇ ਕਿਹਾ, ਤੁਸੀਂ ਮੇਰੇ ਸੰਗੀ ਸਾਥੀਆਂ ਨੂੰ ਨਹੀਂ ਜਾਣਦੇ, ਮੈਂ ਸ਼ਾਮ ਤੱਕ 1 ਕਰੋੜ ਇਕੱਠੇ ਕਰ ਦਿਆਂਗਾ। ਪਹਿਲੇ ਦੋਸਤ ਕੋਲ ਜਾ ਕੇ ਸਮੱਸਿਆ ਦੱਸੀ। ਉਸਨੇ ਕਿਹਾ, ਜੇ ਤੂੰ 1 ਘੰਟਾ ਵੀ ਪਹਿਲਾਂ ਆ ਜਾਂਦਾ ਕੰਮ ਬਣ ਜਾਣਾ ਸੀ। ਪਿਤਾ ਜੀ ਹੁਣੇ ਪੈਸੇ ਲੈ ਕੇ ਗਏ ਹਨ। ਦੂਜੇ ਦੋਸਤ ਕੋਲ ਗਿਆ। ਉਸਨੇ ਕਿਹਾ, ਅਸੀਂ ਜ਼ਮੀਨ ਖਰੀਦੀ ਹੈ, ਅੱਜ ਰਜਿਸਟਰੀ ਕਰਾਉਣੀ ਹੈ। ਅਸੀਂ ਤਾਂ ਆਪ ਉਧਾਰੇ ਮੰਗੇ ਹੋਏ ਹਨ, ਫਿਰ ਵੀ ਜਦੋਂ ਪ੍ਰਬੰਧ ਹੋ ਗਿਆ ਮੈਂ ਆਪ ਤੇਰੇ ਘਰ ਜਾ ਕੇ ਦੇਵਾਂਗਾ। ਸ਼ਾਮ ਪੈ ਗਈ। ਚਾਹ ਪਾਣੀ ਸਭ ਨੇ ਪਿਲਾਇਆ ਤੇ ਪਰ ਪੈਸੇ ਕਿਸੇ ਨੇ ਨਾ ਦਿੱਤੇ। ਪਿਤਾ ਨੇ ਕਿਹਾ, ਮੇਰਾ ਇੱਕ ਪੁਰਾਣਾ ਮਿੱਤਰ ਹੈ ਬੀਕਾਨੇਰ, ਉਸ ਕੋਲ ਜਾ। ਪਹੁੰਚਿਆ। ਖੜਕਾਉਣ ਦੇ ਬਾਵਜੂਦ ਦਰਵਾਜ਼ਾ ਬੰਦ ਹੀ ਰਿਹਾ। ਕੋਈ ਜਵਾਬ ਨਾ ਮਿਲਿਆ। ਬਾਰੀ ਵਿੱਚੋਂ ਕਿਸੇ ਨੇ ਵੇਖ ਲਿਆ। ਪੁੱਤਰ ਨੇ ਸੋਚਿਆ, ਮੇਰੇ ਦੋਸਤਾਂ ਨੇ ਪੈਸੇ ਭਾਵੇਂ ਨਹੀਂ ਦਿੱਤੇ, ਪਰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਤਾਂ ਬਿਠਾਇਆ, ਪਰ ਇੱਥੇ ਤਾਂ ਦਰਵਾਜ਼ਾ ਹੀ ਨਹੀਂ ਖੁੱਲ੍ਹ ਰਿਹਾ। ਉਹ ਸੋਚ ਹੀ ਰਿਹਾ ਸੀ ਕਿ ਪਿਤਾ ਦਾ ਦੋਸਤ ਬਾਹਰ ਆਇਆ, ਜਿਸ ਦੇ ਇੱਕ ਹੱਥ ਵਿੱਚ ਤਲਵਾਰ ਸੀ ਤੇ ਦੂਜੇ ਹੱਥ ਵਿੱਚ ਥੈਲੀ। ਬੋਲਿਆ, ਮੇਰੇ ਦੋਸਤ ਨੇ ਬੜੀ ਦੂਰੋਂ ਸਵਖਤੇ ਪੁੱਤਰ ਭੇਜਿਆ ਹੈ, ਜ਼ਰੂਰ ਕੋਈ ਭੀੜ ਬਣੀ ਹੋਣੀ ਹੋਵੇਗੀ, ਜਾਂ ਸਿਰ ਚਾਹੀਦਾ ਹੋਵੇਗਾ ਜਾਂ ਧਨ, ਦੋਵੇਂ ਹਾਜ਼ਰ ਹਨ। ਖਿੜਕੀ ਨੰਬਰ 176 ਕਈ ਬਾਦਸ਼ਾਹ ਬੜੇ ਹਰਮਨ ਪਿਆਰੇ ਹੋਏ ਹਨ। ਨੀਦਰਲੈਂਡ ਦਾ ਜਵਾਨ ਬਾਦਸ਼ਾਹ ਦੂਜੇ ਦੇਸ਼ ਤੋਂ ਵਿਆਹ ਉਪਰੰਤ ਸ਼ਾਮ ਵੇਲੇ ਹਵਾਈ ਜਹਾਜ਼ ਵਿੱਚ ਆਪਣੀ ਦੁਲਹਨ ਲਿਆ ਰਿਹਾ ਸੀ ਕਿ ਕਿਸੇ ਖਰਾਬੀ ਕਾਰਨ ਹਵਾਈ ਅੱਡੇ ਦੀ ਜਹਾਜ਼ ਉਤਰਨ ਵਾਲੀ ਪੱਟੀ ਦੀਆਂ ਰੌਸ਼ਨੀਆਂ ਖਰਾਬ ਹੋ ਗਈਆਂ। ਉਤਰਨ ਵਾਲੀ ਪੱਟੀ ਤੇ ਰੌਸ਼ਨੀਆਂ ਨਾ ਹੋਣ ਕਾਰਨ ਜਹਾਜ਼ 2 ਘੰਟੇ ਉੱਪਰ ਹੀ ਉੱਡਦਾ ਰਿਹਾ। ਸ਼ਹਿਰ ਵਾਸੀਆਂ ਨੂੰ ਪਤਾ ਲੱਗਿਆ। ਉਹ ਕਾਰਾਂ ਲੈ ਗਏ ਅਤੇ ਜਹਾਜ਼ ਉਤਾਰਨ ਵਾਲੀ ਪੱਟੀ ਦੇ ਦੋਵੇਂ ਪਾਸੇ ਕਾਰਾਂ ਖੜ੍ਹੀਆਂ ਕਰਕੇ ਲਾਈਟਾਂ ਜਗਾ ਦਿੱਤੀਆਂ। ਬਾਦਸ਼ਾਹ ਦਾ ਜਹਾਜ਼ ਇਸ ਸਹੂਲਤ ਨਾਲ ਪਟੜੀ ਤੇ ਉਤਰਿਆ। ਖਿੜਕੀ ਨੰਬਰ 177 ਇੱਕ ਵਿਅਕਤੀ ਟੋਏ ਵਿੱਚ ਡਿੱਗ ਪਿਆ ਸੀ। ਕੋਈ ਉਸ ਨੂੰ ਟੋਏ ਵਿੱਚੋਂ ਕੱਢਣ ਬਾਰੇ ਨਹੀਂ ਸੀ ਸੋਚ ਰਿਹਾ। ਸਾਰੇ ਆਪਣੀ ਆਪਣੀ ਰਾਏ ਪ੍ਰਗਟਾ ਕੇ ਜਾਈ ਜਾ ਰਹੇ ਸਨ। ਸਾਧੂ ਨੇ ਕਿਹਾ, ਪਾਪ ਦੀ ਸਜ਼ਾ ਮਿਲੀ ਹੈ। ਆਸ਼ਾਵਾਦੀ ਨੇ ਕਿਹਾ, ਮਰ ਵੀ ਸਕਦਾ ਸੀ, ਖੁਸ਼ ਹੋ ਕੇ ਜਿਉਂਦਾ ਹੈ। ਨਿਰਾਸ਼ਾਵਾਦੀ ਨੇ ਕਿਹਾ, ਨਿਕਲਣ ਦੀ ਕੋਈ ਸੰਭਾਵਨਾ ਨਹੀਂ। ਕਲਰਕ ਨੇ ਕਿਹਾ, ਮੈਨੂੰ ਹੋਰ ਬੜੇ ਕੰਮ ਹਨ। ਫਿਲਾਸਫਰ ਨੇ ਕਿਹਾ, ਕੀ ਤੈਨੂੰ ਲੱਗਦਾ ਹੈ ਕਿ ਤੂੰ ਟੋਏ ਵਿੱਚ ਹੈ? ਮਨੋਵਿਗਿਆਨੀ ਨੇ ਕਿਹਾ, ਤੂੰ ਟੋਏ ਵਿੱਚ ਹੈ ਜਾਂ ਟੋਆ ਤੇਰੇ ਆਲੇ ਦੁਆਲੇ ਹੈ? ਵਿਸ਼ਲੇਸ਼ਣ ਕਰਨ ਤੇ ਹੀ ਪਤਾ ਲੱਗੇਗਾ। ਹਮਦਰਦ ਨੇ ਕਿਹਾ, ਮੈਂ ਕੋਈ ਪ੍ਰਬੰਧ ਕਰਦਾ ਹਾਂ, ਕੋਈ ਤਰਤੀਬ ਲੜਾਉਂਦਾ ਹਾਂ। ਇਸਤਰੀ ਨੇ ਕਿਹਾ, ਵੇ ਵੇਖੋ, ਇੱਕ ਆਦਮੀ ਡਿੱਗਿਆ ਪਿਆ ਹੈ, ਕੁਝ ਕਰੋ, ਵਿਚਾਰੇ ਦੇ ਬੱਚੇ ਉਡੀਕਦੇ ਹੋਣਗੇ। ਵਪਾਰੀ ਨੇ ਕਿਹਾ, ਤੈਨੂੰ ਬਾਹਰ ਕੱਢਣ ਦਾ ਕੋਈ ਲਾਭ ਤਾਂ ਹੋਣਾ ਨਹੀਂ। ਮਜ਼ਦੂਰ ਨੇ ਕਿਹਾ, ਬਾਹਰ ਕੱਢਣ ਦੇ ਕਿੰਨੇ ਪੈਸੇ ਮਿਲਣਗੇ? ਡਾਕਟਰ ਨੇ ਕਿਹਾ, ਐਕਸ-ਰੇ ਹੀ ਦੱਸੇਗਾ ਕਿ ਕਿਹੜੀ ਹੱਡੀ ਟੁੱਟੀ ਹੈ। ਅਧਿਆਪਕ ਨੇ ਕਿਹਾ, ਜੇ ਮੱਥੇ ਵਿੱਚ ਵਿੱਦਿਆ ਦਾ ਚਾਨਣ ਹੁੰਦਾ ਤਾਂ ਨਹੀਂ ਸੀ ਡਿੱਗਣਾ। ਉਸ ਦਾ ਇਹ ਮਿੱਤਰ ਆਇਆ, ਟੋਏ ਦੇ ਉੱਪਰਲੇ ਪਾਸੇ ਲੇਟ ਗਿਆ। ਕਿਹਾ, ਹੱਥ ਫੜਾ। ਪੂਰਾ ਜ਼ੋਰ ਲਾ ਕੇ ਟੋਏ ਵਿੱਚੋਂ ਬਾਹਰ ਖਿੱਚ ਲਿਆ। ਤੁਹਾਡੇ ਬਾਰੇ ਜਿਵੇਂ ਤੁਹਾਡਾ ਮਿੱਤਰ ਸੋਚਦਾ ਹੈ, ਹੋਰ ਕੋਈ ਵੀ ਸੋਚਦਾ ਕਰਦਾ ਨਹੀਂ। ਹੋਰ ਸੋਚਦੇ ਹੀ ਹਨ, ਮਿੱਤਰ ਕਰਨ ਯੋਗ ਨੂੰ ਕਰਦਾ ਵੀ ਹੈ। ਖਿੜਕੀ ਨੰਬਰ 178 ਪਹਿਲੇ ਅਤੇ ਆਖਰੀ ਖੱਤ ਵਿੱਚ ਬੜਾ ਅੰਤਰ ਹੁੰਦਾ ਹੈ। ਪਹਿਲੇ ਖੱਤ ਅਤੇ ਆਖਰੀ ਖੱਤ ਦੀ ਇਬਾਰਤ ਹੀ ਨਹੀਂ, ਸਿਆਹੀ ਅਤੇ ਕਾਗਜ਼ ਵੀ ਵੱਖਰੇ ਹੁੰਦੇ ਹਨ। ਦੋਹਾਂ ਖੱਤਾਂ ਵਿੱਚ ਵਾਤਾਵਰਣ, ਸਲੀਕਾ, ਮਨ ਦੀ ਹਾਲਤ, ਸ਼ਬਦ ਚੋਣ, ਵਿਸ਼ਲੇਸ਼ਣ ਅਤੇ ਤਾਸੀਰ ਵੀ ਵੱਖਰੀ ਹੁੰਦੀ ਹੈ। ਪਹਿਲਾ ਖੱਤ ਭਾਵਨਾਵਾਂ ਚਿੱਤਰਦਾ ਹੈ, ਕਾਮਨਾਵਾਂ ਉਲੀਕਦਾ ਹੈ, ਵਾਅਦਿਆਂ ਦੀ ਸੁਗੰਧ ਖਿਲਾਰਦਾ ਤੇ ਸੁਪਨੇ ਬੁਣਦਾ ਹੈ। ਆਖਰੀ ਖੱਤ ਵਿੱਚ ਬਹੁਤ ਕੁਝ ਲਿਖ ਕੇ ਕੱਟ ਦਿੱਤਾ ਜਾਂਦਾ ਹੈ। ਪਹਿਲਾ ਖੱਤ ਰਿਸ਼ਤਿਆਂ ਦਾ ਜੋੜ ਹੁੰਦਾ ਹੈ, ਆਖਰੀ ਖੱਤ ਤਕਸੀਮ ਹੋ ਗਏ ਸੁਪਨਿਆਂ ਦਾ ਘਟਾਓ ਹੁੰਦਾ ਹੈ। ਪਹਿਲੇ ਖੱਤ ਵਿੱਚ ਮੁਸਕਰਾਹਟਾਂ ਦਾ ਮੀਂਹ ਵਰਦਾ ਹੈ, ਆਖਰੀ ਖੱਤ ਵਿੱਚ ਮਿਟ ਗਏ ਵਾਅਦਿਆਂ ਦੀ ਰੇਤ ਉਡਦੀ ਹੈ। ਪਹਿਲੇ ਖੱਤ ਨੂੰ ਅਸੀਂ ਪੂਰਾ ਵੀ ਕਰਦੇ ਹਾਂ ਅਤੇ ਚੰਗੀ ਤਰ੍ਹਾਂ ਬੰਦ ਵੀ ਕਰਦੇ ਹਾਂ। ਆਖਰੀ ਖੱਤ ਅਕਸਰ ਅਧੂਰਾ ਅਤੇ ਆਮ ਕਰਕੇ ਖੁੱਲ੍ਹਾ ਰਹਿ ਜਾਂਦਾ ਹੈ। ਪਹਿਲਾ ਖੱਤ ਦਾ ਜਵਾਬ ਉਡੀਕਿਆ ਜਾਂਦਾ ਹੈ ਤੇ ਕਈ ਵਾਰ ਇੱਕ ਖੱਤ ਦੇ ਜਵਾਬ ਵਿੱਚ 2 ਖੱਤ ਆ ਜਾਂਦੇ ਹਨ। ਆਖਰੀ ਖੱਤ ਤੇ ਪਤਾ ਵੀ ਸਾਫ਼ ਨਹੀਂ ਲਿਖਦੇ। ਪਹਿਲਾ ਖੱਤ ਸੋਹਣੇ ਖੁਸ਼ਬੂਦਾਰ ਫੁੱਲਾਂ ਵਾਲੇ ਕਾਗਜ਼ ਤੇ ਲਾਲ ਹਰੀ ਸਿਆਹੀ ਨਾਲ ਖੁਸ਼ਖਤ ਲਿਖਦੇ ਹਾਂ। ਆਖਰੀ ਖੱਤ ਰਫ ਕਾਪੀ ਵਿੱਚੋਂ ਵਰਕਾ ਪਾੜ ਕੇ ਕਾਲੀ ਫਿੱਕੀ ਸਿਆਹੀ ਵਿੱਚ ਝਰੀਟ ਦਿੰਦੇ ਹਾਂ। ਪਹਿਲੇ ਖੱਤ ਵਿੱਚ ਜਸ਼ਨ ਹੁੰਦਾ ਹੈ, ਆਖਰੀ ਖੱਤ ਵਿੱਚ ਹੌਂਕੇ ਸੁਣਦੇ ਹਨ। ਖਿੜਕੀ ਨੰਬਰ 179 ਮੇਰੇ ਇੱਕ ਪਿਆਰੇ ਪ੍ਰੋਫੈਸਰ ਸਨ ਜੋ ਇਕੱਲੇ ਹੀ ਰਹਿੰਦੇ ਸਨ। ਉਹਨਾਂ ਦੇ ਵਿਆਹ ਹੋਣ ਜਾਂ ਨਾ ਹੋਣ ਦੀਆਂ ਕਈ ਕਹਾਣੀਆਂ ਪ੍ਰਚਲਿਤ ਸਨ। ਮੇਰੇ ਨਾਲ ਉਹਨਾਂ ਦਾ ਖਾਸ ਸਨੇਹ ਸੀ। ਉਹ ਕਿਸੇ ਦੇ ਘਰ ਨਹੀਂ ਸੀ ਜਾਂਦੇ, ਨਾ ਹੀ ਕਿਸੇ ਨੂੰ ਘਰ ਬੁਲਾਉਂਦੇ ਸਨ।
ਮੈਂ ਕਈ ਵਾਰ ਸੋਚਦਾ ਸਾਂ ਕਿ ਉਹ ਸੁਕਰਾਤ ਦੀ ਵੰਸ਼ ਵਿੱਚੋਂ ਸਨ। ਉਹਨਾਂ ਦੇ ਵਿਦਿਆਰਥੀ ਘੱਟ ਤੇ ਸ਼ਰਧਾਲੂ ਵੱਧ ਹੁੰਦੇ ਸਨ। ਹਰੇਕ ਯੂਨੀਵਰਸਿਟੀ ਵਿੱਚ ਅਜਿਹੇ ਅਧਿਆਪਕਾਂ ਦੀ ਲੋੜ ਹੁੰਦੀ ਹੈ, ਕਿਉਂਕਿ ਇਹੀ ਹੁੰਦੇ ਹਨ ਜਿਹੜੇ ਕਿਸੇ ਯੂਨੀਵਰਸਿਟੀ ਦਾ ਮਾਹੌਲ ਸਿਰਜਦੇ ਹਨ। ਉਹ ਅਚਾਨਕ ਚਲਾਣਾ ਕਰ ਗਏ ਸਨ। ਜਦੋਂ ਉਹਨਾਂ ਦਾ ਸੰਸਕਾਰ ਹੋਇਆ ਤਾਂ ਲੱਗਦਾ ਸੀ ਜਿਵੇਂ ਵਿਸ਼ਾਲ ਲਾਇਬ੍ਰੇਰੀ ਵਿੱਚੋਂ ਲਾਟਾਂ ਵਹਿਣ ਪਾ ਰਹੀਆਂ ਸਨ। ਇੱਕ ਵਾਰੀ ਕਿਸੇ ਹੋਰ ਦੇ ਵਿਆਹ ਦੀ ਗੱਲ ਕਰਦਿਆਂ ਉਹਨਾਂ ਆਪ ਹੀ ਦੱਸਿਆ ਸੀ ਕਿ ਉਹਨਾਂ ਦਾ ਇੱਕ ਡਾਕਟਰ ਲੜਕੀ ਨਾਲ ਵਿਆਹ ਹੋਇਆ ਸੀ। ਪਹਿਲੀ ਸ਼ਾਮ ਹੀ ਉਹਨਾਂ ਨੇ ਪਤਨੀ ਦੀ ਉਦਾਸੀ ਵੇਖ ਕੇ ਕਾਰਨ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਉਸ ਲੜਕੀ ਨੂੰ ਦੂਜੀ ਜਾਤ ਦੇ ਇੱਕ ਡਾਕਟਰ ਨਾਲ ਪਿਆਰ ਸੀ, ਪਰ ਮਾਪਿਆਂ ਦੇ ਇਤਰਾਜ਼ ਕਾਰਨ ਉਸ ਨਾਲ ਵਿਆਹ ਨਹੀਂ ਸੀ ਹੋਇਆ। ਪ੍ਰੋਫੈਸਰ ਸਾਹਿਬ ਨੇ ਪਤਨੀ ਨੂੰ ਪੁੱਛਿਆ ਕਿ ਉਹ ਡਾਕਟਰ ਅਜੇ ਵੀ ਅਣਵਿਆਹਿਆ ਹੈ। ਪਤਨੀ ਨੇ ਦੱਸਿਆ, ਉਹ ਡਾਕਟਰ ਨੇ ਸਹੁੰ ਖਾਧੀ ਹੋਈ ਸੀ ਕਿ ਉਸ ਦਾ ਮੇਰੇ ਨਾਲ ਵਿਆਹ ਨਾ ਹੋਇਆ ਤਾਂ ਉਹ ਵਿਆਹ ਨਹੀਂ ਕਰਵਾਏਗਾ। ਪ੍ਰੋਫੈਸਰ ਸਾਹਿਬ ਪਤਨੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦਿਆਂ ਉਸੇ ਰਾਤ ਉਸ ਨੂੰ ਉਸ ਡਾਕਟਰ ਦੇ ਘਰ ਪਹੁੰਚਾ ਆਏ ਸਨ ਅਤੇ ਆਪ ਉਹਨਾਂ ਨੇ ਸਾਰਾ ਜੀਵਨ ਇਕੱਲੇ ਰਹਿਣ ਦਾ ਪ੍ਰਣ ਨਾਲ ਗਿਆਨ ਨਾਲ ਰਿਸ਼ਤਾ ਗੰਢ ਲਿਆ ਸੀ। ਸਮਝ ਨਹੀਂ ਆ ਰਹੀ ਇਹ ਤਿਆਗ ਸੀ, ਕੁਰਬਾਨੀ ਸੀ ਜਾਂ ਬਨਵਾਸ ਸੀ। ਰਾਮ ਨੂੰ ਬਨਵਾਸ ਭੇਜਿਆ ਗਿਆ ਸੀ। ਪ੍ਰੋਫੈਸਰ ਸਾਹਿਬ ਨੇ ਬਨਵਾਸ ਆਪ ਸਹੇੜਿਆ ਸੀ। ਰਾਮ ਦਾ ਬਨਵਾਸ 14 ਸਾਲ ਦਾ ਸੀ। ਪ੍ਰੋਫੈਸਰ ਸਾਹਿਬ ਨੇ 4 ਬਨਵਾਸ ਕੱਟੇ ਸਨ। ਖਿੜਕੀ ਨੰਬਰ 180 ਇੱਕ ਕਲੱਬ ਵਿੱਚ ਬੈਡਮਿੰਟਨ ਖੇਡਣ ਦੀ ਸਹੂਲਤ ਸੀ। 2 ਦੋਸਤਾਂ ਨੂੰ ਬੈਡਮਿੰਟਨ ਖੇਡਣ ਦਾ ਖਿਆਲ ਆਇਆ। ਵੇਖਿਆ ਪਹਿਲਾਂ ਹੀ 2 ਇਸਤਰੀਆਂ ਖੇਡ ਰਹੀਆਂ ਸਨ। ਇੱਕ ਦੂਜੇ ਨੂੰ ਕਿਹਾ, ਪੁੱਛ ਕੇ ਆ ਕਿੰਨਾ ਚਿਰ ਹੋਰ ਖੇਡਣਗੀਆਂ। ਉਹ ਗਿਆ, ਪਰ ਬਿਨਾਂ ਕੁਝ ਪੁੱਛੇ ਹੀ ਮੁੜ ਆਇਆ ਤੇ ਦੱਸਿਆ, ਇੱਕ ਮੇਰੀ ਪਤਨੀ ਹੈ, ਦੂਜੀ ਮੇਰੀ ਪ੍ਰੇਮਿਕਾ ਹੈ। ਮੈਨੂੰ ਪੁੱਛਣਾ ਠੀਕ ਨਹੀਂ ਲੱਗਿਆ। ਉਸਨੇ ਦੂਜੇ ਨੂੰ ਕਿਹਾ, ਤੂੰ ਜਾ ਤੇ ਪਤਾ ਕਰਕੇ ਆ। ਉਹ ਵੀ ਬਿਨਾਂ ਪੁੱਛੇ ਹੀ ਵਾਪਸ ਆ ਗਿਆ ਤੇ ਕਹਿਣ ਲੱਗਾ, ਮੇਰੇ ਨਾਲ ਵੀ ਤੇਰੇ ਵਾਲੀ ਹੀ ਗੱਲ ਵਾਪਰੀ ਹੈ। ਖਿੜਕੀ ਨੰਬਰ 181 ਇੱਕ ਚਾਪਲੂਸ ਦਾ ਵਿਆਹ ਹੋ ਰਿਹਾ ਸੀ। ਬਰਾਤ ਰਵਾਨਾ ਹੋਣ ਲਈ ਤਿਆਰ ਸੀ। ਚਾਪਲੂਸ ਘੋੜੀ ਤੇ ਬੈਠ ਚੁੱਕਿਆ ਸੀ। ਉਸਦਾ ਅਫਸਰ ਪਹੁੰਚਿਆ। ਜਦੋਂ ਅਫਸਰ ਸ਼ਗਨ ਦੇਣ ਲਈ ਨੇੜੇ ਹੋਇਆ ਤਾਂ ਚਾਪਲੂਸ ਨੇ ਘੋੜੀ ਤੋਂ ਉਤਰ ਕੇ ਅਫਸਰ ਨੂੰ ਕਿਹਾ, ਸਰ, ਘੋੜੀ ਤੇ ਤੁਸੀਂ ਬੈਠੋ। ਖਿੜਕੀ ਨੰਬਰ 182 ਸਾਡੇ ਸੱਭਿਆਚਾਰ ਵਿੱਚੋਂ ਫੁਲਕਾਰੀ ਦਾ ਲੋਪ ਹੋ ਜਾਣਾ ਸ਼ਾਇਦ ਕੋਈ ਘਾਟਾ ਨਾ ਹੋਵੇ। ਇਸ ਵਸਤ ਦਾ ਬਦਲ ਸ਼ਾਲਾਂ ਹਨ, ਪਰ ਕਲਾ ਦੇ ਅਵਸਰਾਂ ਦਾ ਲੋਪ ਹੋ ਜਾਣਾ, ਭਾਵਾਂ ਨੂੰ ਰੰਗੀਲੇ ਧਾਗਿਆਂ ਦੇ ਰੂਪ ਵਿੱਚ ਸਾਕਾਰ ਕਰਨ ਦੇ ਮੌਕਿਆਂ ਦਾ ਗੁਆਚ ਜਾਣਾ, ਸੁਪਨਿਆਂ ਨੂੰ ਉਜਾਗਰ ਕਰਨ ਦੀ ਤਾਂਘ ਦਾ ਮੁੱਕ ਜਾਣਾ, ਸੱਭਿਆਚਾਰ ਦੀ ਗਰੀਬੀ ਹੋ ਨਿਬੜੇਗਾ। ਚਰਖੇ ਦੇ ਲੋਪ ਹੋ ਜਾਣ ਨਾਲ ਪੰਜਾਬੀ ਜੀਵਨ ਦੇ ਉਹ ਪੱਖ ਲੋਪ ਹੋ ਜਾਣਗੇ ਜੋ ਸਦਭਾਵਨਾ, ਪਿਆਰ, ਸਹਿਯੋਗ ਅਤੇ ਮਿਲ ਵਹਿਣ ਦੇ ਅਵਸਰ ਦਿੰਦੇ ਸਨ, ਦੁੱਖ ਸੁੱਖ ਫੋਲਣ ਦੀ ਮੁਹਲਤ ਦਿੰਦੇ ਸਨ, ਇੱਕ ਦੂਜੇ ਦੇ ਨੇੜੇ ਹੋਣ ਦਾ ਸਬੱਬ ਸਿਰਜਦੇ ਸਨ। ਪੰਜਾਬੀ ਮੁਟਿਆਰਾਂ ਦੇ ਸੁਭਾਅ ਵਿਚਲੀ ਇੱਕ ਦੂਜੀ ਦੇ ਨੇੜੇ ਬਹਿਣ ਦੀ ਉਮੰਗ, ਰਲ ਕੇ ਗਾਉਣ ਅਤੇ ਕੰਮ ਕਰਨ ਦੀ ਇੱਛਾ ਦੀ ਸਾਂਝ, ਦਰਦ ਵੰਡਾਉਣ ਦੀ ਰੁਚੀ, ਕਿਰਤ ਵਿੱਚੋਂ ਸਵਾਦ ਲੈਣ ਦਾ ਚਾਅ, ਵੰਡ ਕੇ ਖਾਣ ਦੀ ਰੀਝ ਅੱਜ ਤ੍ਰਿੰਝਣਾਂ ਦਾ ਖਾਸਾ ਸੀ। ਧੀਆਂ ਸਹੇਲੀਆਂ ਦੇ ਘਰ ਰਲ ਕੇ ਪੀਂਘਾਂ ਝੂਟਣ, ਮਿਲ ਬੈਠਣ, ਮਾਵਾਂ ਧੀਆਂ ਦੇ ਭੇਤ ਸਾਂਝੇ ਕਰਨ, ਬੱਚਿਆਂ ਦੇ ਆਪਣੇ ਨਵੇਂ ਵਿਆਹੇ ਮਾਮਿਆਂ ਨਾਲ ਖਾਣ ਖੇਡਣ ਦੀ ਭੁੱਖ ਲਾਹੁਣ ਦੇ ਮੌਕੇ ਸਨ। ਇਹ ਸਾਡੇ ਜੀਵਨ ਵਰਤਾਰੇ ਦੀਆਂ ਝਲਕਾਂ ਤੇ ਪਰਤਾਂ ਸਨ। ਇਹਨਾਂ ਦੇ ਲੋਪ ਹੋ ਜਾਣ ਨਾਲ ਜੀਵਨ ਦਾ ਨਿੱਘ ਅਤੇ ਤਸੱਲੀ ਹਮੇਸ਼ਾ ਵਾਸਤੇ ਗਵਾਚ ਜਾਵੇਗੀ ਅਤੇ ਅਸੀਂ ਸੁੱਕ ਗਏ ਦਰਿਆਵਾਂ ਦੇ ਪੱਤਣਾਂ ਤੇ ਹੌਂਕੇ ਭਰਦੇ ਵਿਖਾਈ ਦੇਵਾਂਗੇ। ਖਿੜਕੀ ਨੰਬਰ 183 ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚ ਰਿਹਾ ਸੀ ਸਾਰੇ ਉਸਦੀ ਨਵੀਂ ਕਾਰ ਨੂੰ ਵੇਖਣਗੇ। ਉਹ ਬੜੀ ਤੇਜ਼ ਜਾ ਰਿਹਾ ਸੀ। ਅਚਾਨਕ ਇੱਕ ਵੱਟਾ ਉਸਦੇ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇੱਕ ਪਾਸੇ ਕਰਕੇ ਰੋਕੀ। ਇੱਕ ਛੋਟਾ ਜਿਹਾ ਲੜਕਾ ਖੜਾ ਸੀ, ਫੜ ਲਿਆ। ਉਸ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾ, ਮਾਫ਼ ਕਰਨਾ। ਕੋਈ ਰੁਕ ਨਹੀਂ ਸੀ ਰਿਹਾ। ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ। ਮੇਰੀ ਅਪੰਗ ਭੈਣ ਦੀ ਪਹੀਆ ਕੁਰਸੀ ਉਲਟ ਗਈ ਸੀ। ਮੈਂ ਉਸਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮਾਫ਼ ਕਰ ਦੇਣਾ। ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਸਿੱਧੀ ਕਰਕੇ ਵਿੱਚ ਬਿਠਾਇਆ। ਭੈਣ ਭਰਾ ਭਰਪੂਰ ਧੰਨਵਾਦ ਕਰਕੇ ਚਲੇ ਗਏ। ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸਨੂੰ ਯਾਦ ਕਰਾਉਂਦਾ ਸੀ ਕਿ ਜ਼ਿੰਦਗੀ ਵਿੱਚੋਂ ਇੰਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਵੇ। ਖਿੜਕੀ ਨੰਬਰ 184 ਇੱਕ ਵਾਰੀ ਇੱਕ ਲੜਕੀ ਨੇ ਆਪਣੀ ਮਾਂ ਨੂੰ ਕਿਹਾ, ਮੈਂ ਤੁਹਾਡੇ ਕੋਲ ਨਹੀਂ ਰਹਿਣਾ, ਮੈਂ ਤਾਂ ਆਪਣੀ ਨਾਨੀ ਕੋਲ ਰਹਾਂਗੀ। ਮਾਂ ਦੀ ਹਉਮੈ ਜ਼ਖਮੀ ਹੋਈ। ਉਸਨੂੰ ਆਪਣੇ ਆਪ ਵਿੱਚ ਘਾਟ ਨਜ਼ਰ ਆਈ। ਧੀ ਤੇ ਗੁੱਸਾ ਵੀ ਆਇਆ, ਪਰ ਆਪਣੀ ਧੀ ਨੂੰ ਪਰਖਣ ਲਈ ਉਸਨੇ ਸਵੈਮਾਨ ਨਾਲ ਕਿਹਾ, ਮੈਂ ਤੈਨੂੰ ਆਪਣੇ ਕੋਲ ਨਹੀਂ ਰੱਖਣਾ। ਆਪਣਾ ਸਾਮਾਨ ਬੰਨ੍ਹ ਤੇ ਜਾ।
ਧੀ ਨੂੰ ਸਮਾਨ ਇਕੱਠਾ ਕਰਦਿਆਂ ਵੇਖ ਕੇ ਮਾਂ ਬੜੀ ਉਦਾਸ ਸੀ, ਪਰ ਉਹ ਆਪਣੀ ਜਾ ਰਹੀ ਧੀ ਨੂੰ ਵੇਖਦੀ ਰਹੀ। ਧੀ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ। ਆਪਣੀ ਧੀ ਤੋਂ ਬਿਨਾਂ ਮਾਂ ਬੜੀ ਉਦਾਸ, ਪਰੇਸ਼ਾਨ ਅਤੇ ਬੇਚੈਨ ਸੀ। ਧੀ ਬਿਨਾਂ ਆਪਣਾ ਸੱਖਣਾਪਣ ਭਰਨ ਲਈ ਉਸਨੇ ਕਈ ਉਪਰਾਲੇ ਕੀਤੇ। ਨਾਵਲ ਪੜ੍ਹਦੀ ਰਹੀ, ਟੈਲੀਵਿਜ਼ਨ ਵੇਖਦੀ ਰਹੀ, ਬਾਜ਼ਾਰ ਵਿੱਚੋਂ ਫਜ਼ੂਲ ਚੀਜ਼ਾਂ ਖਰੀਦਦੀ ਰਹੀ, ਪਰ ਧੀ ਬਿਨਾਂ ਅੰਦਰਲੇ ਖਾਲੀਪਣ ਦਾ ਅਹਿਸਾਸ ਵੱਧਦਾ ਗਿਆ। ਸੋਚਿਆ, ਜੇ ਮੁੜ ਆਈ ਤਾਂ ਮੇਰੀ ਹੈ, ਜੇ ਨਹੀਂ ਮੁੜਦੀ ਤਾਂ ਸਮਝਾਂਗੀ ਮੇਰੀ ਹੈ ਹੀ ਨਹੀਂ। ਇਸ ਉਦਾਸੀ ਅਤੇ ਵਿਯੋਗ ਵਿੱਚ ਕਈ ਦਿਨ ਲੰਘ ਗਏ। ਮਾਂ ਨੂੰ ਉਦੋਂ ਤੱਕ ਸ਼ਾਂਤੀ ਨਾ ਮਿਲੀ ਜਦੋਂ ਤੱਕ ਬੇਟੀ ਦਾ ਫ਼ੋਨ ਨਾ ਆਇਆ ਕਿ ਮੈਂ ਵਾਪਸ ਆਉਣਾ ਚਾਹੁੰਦੀ ਹਾਂ। ਦਿਲ ਦੇ ਰਿਸ਼ਤਿਆਂ ਦੀਆਂ ਤਾਰਾਂ ਨਹੀਂ ਹੁੰਦੀਆਂ, ਮੋਹ ਦੀਆਂ ਤੰਦਾਂ ਹੁੰਦੀਆਂ ਹਨ। ਖਿੜਕੀ ਨੰਬਰ 185। ਰੱਬ ਜੀ, ਉਂਝ ਤਾਂ ਤੁਹਾਡਾ ਸਭ ਕੁਝ ਬਣਾਇਆ ਠੀਕ ਹੈ, ਪਰ ਇੱਕ ਦੋ ਗੱਲਾਂ ਹਨ ਜਿਹੜੀਆਂ ਸਮਝ ਨਹੀਂ ਆ ਰਹੀਆਂ। ਪੁੱਛ ਲਵਾਂ? ਰੱਬ ਜੀ, ਤੁਸੀਂ ਜਨਾਨੀ ਨੂੰ ਇੰਨੀ ਸੋਹਣੀ ਕਿਉਂ ਬਣਾਇਆ ਹੈ? ਸੋਹਣੀ ਇਸ ਲਈ ਬਣਾਇਆ ਹੈ ਕਿ ਤੈਨੂੰ ਚੰਗੀ ਲੱਗੇ। ਰੱਬ ਜੀ, ਜਨਾਨੀ ਨੂੰ ਸੋਹਣੀ ਬਣਾਉਣ ਦਾ ਕਾਰਨ ਤਾਂ ਸਮਝ ਆ ਗਿਆ, ਪਰ ਤੁਸੀਂ ਇਸਨੂੰ ਇੰਨੀ ਮੂਰਖ ਕਿਉਂ ਬਣਾਇਆ ਹੈ? ਮੂਰਖ ਇਸ ਲਈ ਬਣਾਇਆ ਹੈ ਤਾਂ ਕਿ ਤੂੰ ਵੀ ਉਸਨੂੰ ਚੰਗਾ ਲੱਗੇ। ਖਿੜਕੀ ਨੰਬਰ 186। ਇੱਕ ਸਮੁੰਦਰੀ ਜਹਾਜ਼ ਵਿੱਚ ਇੱਕ ਲਾਲਚੀ ਮੁਸਾਫਿਰ ਨੇ ਕਿਸੇ ਹੋਰ ਮੁਸਾਫਿਰ ਨੂੰ ਸੋਨੇ ਦੀਆਂ ਮੋਹਰਾਂ ਵਾਲੀ ਲਾਲ ਥੈਲੀ ਨਾਲ ਵੇਖਿਆ ਤੇ ਕੁਝ ਚਿਰ ਮਗਰੋਂ ਲਾਲਚੀ ਮੁਸਾਫਿਰ ਨੇ ਰੌਲਾ ਪਾ ਦਿੱਤਾ ਕਿ ਮੋਹਰਾਂ ਵਾਲੀ ਮੇਰੀ ਲਾਲ ਥੈਲੀ ਕਿਸੇ ਨੇ ਚੁਰਾ ਲਈ ਹੈ। ਵਿਰੋਧ ਕਰਨ ਦੇ ਬਾਵਜੂਦ ਸਾਰੀਆਂ ਸਵਾਰੀਆਂ ਦੀ ਤਲਾਸ਼ੀ ਲਈ ਗਈ। ਜਿਸ ਮੁਸਾਫਿਰ ਤੋਂ ਥੈਲੀ ਮਿਲਣ ਦੀ ਆਸ ਸੀ, ਉਸ ਤੋਂ ਥੈਲੀ ਨਹੀਂ ਮਿਲੀ। ਗੱਲ ਆਈ ਗਈ ਹੋਣ ਉਪਰੰਤ ਮੁੱਕ ਗਈ। ਉਸ ਬੇਈਮਾਨ ਨੇ 3-4 ਦਿਨ ਮਗਰੋਂ ਥੈਲੀ ਵਾਲੇ ਮੁਸਾਫਿਰ ਨੂੰ ਪੁੱਛਿਆ, ਤੁਹਾਡੀ ਥੈਲੀ ਕਿੱਥੇ ਗਈ? ਥੈਲੀ ਵਾਲੇ ਮੁਸਾਫਿਰ ਨੇ ਕਿਹਾ, ਅਜਿਹੀ ਥੈਲੀ ਮੇਰੇ ਕੋਲ ਫਿਰ ਆ ਜਾਵੇਗੀ, ਪਰ ਤੇਰੀ ਜ਼ਿੰਦਗੀ ਵਿੱਚ ਥੈਲੀ ਦਾ ਮਾਲਕ ਬਣਨ ਦਾ ਅਵਸਰ ਮੁੜ ਨਹੀਂ ਆਵੇਗਾ। ਮੇਰੇ ਲਈ ਮਹੱਤਵਪੂਰਨ ਮੇਰੀ ਥੈਲੀ ਨਹੀਂ ਸੀ, ਮੇਰੇ ਲਈ ਇੱਜ਼ਤ ਵਧੇਰੇ ਕੀਮਤੀ ਸੀ। ਮੈਂ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਉਹ ਥੈਲੀ ਕੁਰਬਾਨ ਕਰ ਦਿੱਤੀ ਸੀ। ਉਹ ਮੈਂ ਸਮੁੰਦਰ ਵਿੱਚ ਸੁੱਟ ਦਿੱਤੀ ਸੀ। ਮੈਂ ਜੋ ਚਾਹਿਆ ਸੀ ਮਿਲ ਗਿਆ ਸੀ। ਮੈਂ ਇੱਜ਼ਤ ਬਚਾਉਣੀ ਚਾਹੀ ਸੀ, ਬਚ ਗਈ ਸੀ, ਪਰ ਤੂੰ ਜੋ ਚਾਹਿਆ ਸੀ ਉਹ ਤੈਨੂੰ ਨਹੀਂ ਸੀ ਮਿਲਿਆ। ਖਿੜਕੀ ਨੰਬਰ 187। ਯੂਰਪ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਹ ਉਦਾਸ, ਮਾਯੂਸ ਨਹੀਂ ਹੁੰਦੇ। ਉਹ ਕੁੱਤੇ ਪਾਲਦੇ ਹਨ। ਕੁੱਤੇ ਪਾਲਣ ਦਾ ਉਹਨਾਂ ਦਾ ਆਪਣਾ ਤਰਕ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁੱਤੇ ਨਾ ਕੇਵਲ ਬੱਚਿਆਂ ਦੀ ਘਾਟ ਪੂਰੀ ਕਰਦੇ ਹਨ, ਇਹ ਬੱਚਿਆਂ ਨਾਲੋਂ ਵੀ ਵਧੇਰੇ ਆਨੰਦ ਦਿੰਦੇ ਹਨ, ਕਿਉਂਕਿ ਕਿਧਰੇ ਜਾਣ ਵਾਸਤੇ ਉਹਨਾਂ ਨੂੰ ਤਿਆਰ ਨਹੀਂ ਕਰਨਾ ਪੈਂਦਾ। ਉਹ ਬੱਚਿਆਂ ਵਾਂਗ ਅੜੀ ਨਹੀਂ ਕਰਦੇ, ਰੁੱਸਦੇ ਨਹੀਂ, ਜਿੱਦ ਨਹੀਂ ਕਰਦੇ, ਝੂਠ ਨਹੀਂ ਬੋਲਦੇ। ਉਹਨਾਂ ਨੂੰ ਸਰਦੀਆਂ ਵਿੱਚ ਵਾਧੂ ਕੱਪੜੇ ਨਹੀਂ ਪਾਉਣੇ ਪੈਂਦੇ। ਕੁੱਤੇ ਕਿਧਰੇ ਜਾਣ ਵੇਲੇ ਘੜੀ ਨਹੀਂ ਵੇਖਦੇ, ਕਿਧਰੇ ਵੀ ਜਲਦੀ ਕਰਨ ਲਈ ਨਹੀਂ ਕਹਿੰਦੇ, ਵਾਰ-ਵਾਰ ਮਿੰਨਤਾਂ ਕਰਕੇ ਉਠਾਉਣਾ ਨਹੀਂ ਪੈਂਦਾ। ਕਿਧਰੇ ਜਾਣ ਵੇਲੇ ਕੁੱਤੇ ਇਹ ਨਹੀਂ ਕਹਿੰਦੇ ਕਿ ਮੈਂ ਨਹੀਂ ਜਾਣਾ ਜਾਂ ਮੈਂ ਉੱਥੇ ਜਾਵਾਂਗਾ। ਕੁੱਤਿਆਂ ਲਈ ਵੱਖਰਾ ਟੈਲੀਫੋਨ ਨਹੀਂ ਲਿਆਉਣਾ ਪੈਂਦਾ। ਜਿੰਨੀ ਵਾਰ, ਜਦੋਂ ਵੀ, ਜਿੱਥੇ ਵੀ ਬੁਲਾਈਏ ਭੱਜ ਕੇ ਆਉਂਦੇ ਹਨ। ਜਿੰਨੀ ਵਾਰ ਬਾਹਰੋਂ ਆਓ ਓਨੀ ਹੀ ਵਾਰ ਇਵੇਂ ਸਵਾਗਤ ਕਰਦੇ ਹਨ ਜਿਵੇਂ ਕੋਈ ਲੰਬੇ ਅਰਸੇ ਮਗਰੋਂ ਮੁੜਿਆ ਹੋਵੇ। ਜੇਕਰ ਮਾਲਕ ਗਾਏ ਤਾਂ ਕੁੱਤਾ ਬੁਰਾ ਨਹੀਂ ਮਨਾਉਂਦਾ। ਕੁੱਤਾ ਬੜੇ ਧੀਰਜ ਨਾਲ ਉਡੀਕਦਾ ਹੈ, ਸ਼ਿਕਾਇਤ ਨਹੀਂ ਕਰਦਾ। ਜੇਕਰ ਕੁੱਤਾ ਚੰਗਾ ਨਾ ਹੋਵੇ ਜਾਂ ਚੰਗਾ ਨਾ ਨਿਕਲੇ ਤਾਂ ਲੋਕ ਮਾਲਕ ਨੂੰ ਉਸਦਾ ਪਿਤਾ ਹੋਣ ਦਾ ਤਾਨਾ ਨਹੀਂ ਮਾਰਦੇ। ਖਿੜਕੀ ਨੰਬਰ 188। ਕਲਾਕਾਰ ਅਣਖੀਲੇ ਹੁੰਦੇ ਹਨ। ਉਹ ਆਪਣੀ ਕਲਾ ਦਾ ਅਪਮਾਨ ਸਹਿਣ ਨਹੀਂ ਕਰਦੇ। ਇੱਕ ਧਨਾਢ ਇਸਤਰੀ ਨੇ ਇੱਕ ਵੱਡੇ ਅਤੇ ਪ੍ਰਸਿੱਧ ਮੂਰਤੀਕਾਰ ਨੂੰ ਆਪਣੇ ਸਵਰਗਵਾਸੀ ਪਤੀ ਦਾ ਵੱਡ ਆਕਾਰੀ ਚਿਹਰਾ ਬਣਾਉਣ ਲਈ ਕਿਹਾ। ਜਦੋਂ ਚਿਹਰਾ ਬਣ ਗਿਆ ਤਾਂ ਇਸਤਰੀ ਨੇ ਕਿਹਾ, 1 ਮਹੀਨਾ ਹੀ ਲੱਗਿਆ ਹੈ, ਪਰ ਤੁਸੀਂ ਬਹੁਤ ਪੈਸੇ ਮੰਗ ਰਹੇ ਹੋ। ਮੂਰਤੀਕਾਰ ਨੇ ਕਿਹਾ, ਇਸ 1 ਮਹੀਨੇ ਪਿੱਛੇ 50 ਸਾਲ ਦਾ ਅਭਿਆਸ ਹੈ। ਇਸ ਨੂੰ 1 ਮਹੀਨਾ ਨਹੀਂ ਬਣਾਉਣ ਵਾਸਤੇ 50 ਸਾਲ 1 ਮਹੀਨਾ ਲੱਗਿਆ ਹੈ। ਉਸ ਮੂਰਤੀਕਾਰ ਨੇ ਆਪਣੀ ਬਣਾਈ ਉਸ ਮੂਰਤੀ ਨੂੰ ਠੋਕਰ ਮਾਰੀ ਅਤੇ ਚਕਨਾਚੂਰ ਕਰ ਦਿੱਤੀ ਅਤੇ ਕਿਹਾ, ਤੁਸੀਂ ਮੂਰਤੀ ਬਣਵਾਉਣ ਦੀ ਥਾਂ ਸਬਜ਼ੀ ਮੰਡੀ ਵਿੱਚੋਂ ਇੱਕ ਪੇਠਾ ਖਰੀਦ ਕੇ ਆਪਣੇ ਡਰਾਇੰਗ ਰੂਮ ਵਿੱਚ ਰੱਖ ਲੈਣਾ। ਖਿੜਕੀ ਨੰਬਰ 189। ਇਜ਼ਰਾਈਲ ਵਿੱਚ ਜਦੋਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਬਹੁਤ ਵੱਧ ਗਈਆਂ ਤਾਂ ਪਾਰਲੀਮੈਂਟ ਨੇ ਹਨੇਰਾ ਪੈਣ ਉਪਰੰਤ ਇਸਤਰੀਆਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲਾਉਣ ਦਾ ਸੁਝਾਅ ਦਿੱਤਾ, ਪਰ ਉਸ ਵੇਲੇ ਦੀ ਮਹਿਲਾ ਪ੍ਰਧਾਨ ਮੰਤਰੀ ਗੋਲਡਾ ਮੇਅਰ ਨੇ ਕਿਹਾ ਕਿ ਪਾਬੰਦੀ ਇਸਤਰੀਆਂ 'ਤੇ ਨਹੀਂ ਲੱਗੇਗੀ, ਪੁਰਸ਼ਾਂ 'ਤੇ ਲੱਗੇਗੀ, ਜਿਹੜੇ ਬਲਾਤਕਾਰ ਕਰਦੇ ਹਨ। ਖਿੜਕੀ ਨੰਬਰ 190। ਸਿਧਾਰਥ ਮਹਿਲ ਤਿਆਗ ਕੇ ਮੰਗਤਾ ਬਣਿਆ, ਪਰ ਕਿਸੇ ਨੇ ਮੰਗਤਾ ਬਣਨ ਨਾ ਦਿੱਤਾ। ਉਹ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ। ਉਸ ਨੇ ਕਲਪ-ਵਸਤੂ ਦਾ ਇੱਕ ਮਹਿਲ ਤਿਆਗਿਆ, ਪਰ ਲੱਖਾਂ ਕਰੋੜਾਂ ਦਿਲਾਂ ਵਿੱਚ ਉਸ ਲਈ ਮਹਿਲ ਉਸਰ ਗਏ। ਲੋਕਾਂ ਦੇ ਦਿਲ ਬੁੱਧ ਦੀਆਂ ਰਾਜਧਾਨੀਆਂ ਹਨ। ਸੰਸਾਰ ਭਰ ਦੇ ਬੋਧੀ ਭਾਰਤ ਅਤੇ ਭਾਰਤੀਆਂ ਦਾ ਇਸ ਲਈ ਸਤਿਕਾਰ ਕਰਦੇ ਹਨ ਕਿਉਂਕਿ ਬੁੱਧ ਦਾ ਜਨਮ ਭਾਰਤ ਵਿੱਚ ਹੋਇਆ।
ਉਸ ਨੂੰ ਸੰਦੀਵੀ ਗਿਆਨ ਦੀ ਪ੍ਰਾਪਤੀ ਭਾਰਤ ਵਿੱਚ ਹੋਈ। ਜਦੋਂ ਬੁੱਧ ਨੂੰ ਗਿਆਨ ਹੋ ਗਿਆ ਤਾਂ ਉਸ ਦੀ ਹਰ ਗੱਲ, ਹਰ ਸ਼ਬਦ, ਹਰ ਸੈਨਤ ਨਿਆਰੀ ਹੋ ਗਈ। ਇੱਕ ਨਰਤਕੀ ਨੇ ਸ਼ਰਧਾ ਨਾਲ ਬੁੱਧ ਨੂੰ ਆਪਣੇ ਗ੍ਰਹਿ ਵਿਖੇ ਆਉਣ ਲਈ ਬੇਨਤੀ ਕੀਤੀ ਤੇ ਬੁੱਧ ਨੇ ਉਸ ਦਾ ਨਿਉਤਾ ਪ੍ਰਵਾਨ ਕਰ ਲਿਆ। ਲਿੱਛਵੀ ਸਮਰਾਟ ਨਹੀਂ ਸੀ ਚਾਹੁੰਦਾ ਕਿ ਬੁੱਧ ਨਰਤਕੀ ਆਮਰਪਾਲੀ ਦੇ ਘਰ ਜਾਵੇ। ਉਸ ਨੇ ਵੀ ਜਦੋਂ ਬੁੱਧ ਨੂੰ ਉਸੇ ਦਿਨ ਲਈ ਆਪਣੇ ਮਹਿਲ ਆਉਣ ਦਾ ਨਿਉਤਾ ਦਿੱਤਾ ਤਾਂ ਬੁੱਧ ਨੇ ਕਿਹਾ, ਮਿੱਤਰ, ਇਸ ਦਿਨ ਆਮਰਪਾਲੀ ਦੇ ਘਰ ਜਾਣਾ ਹੈ। ਲਿੱਛਵੀ ਨੇ ਕਿਹਾ, ਤਾਂ ਫਿਰ ਅਸੀਂ ਆਮਰਪਾਲੀ ਤੋਂ ਵੀ ਹੀਣੇ ਹੋ ਗਏ ਹਾਂ ਅਤੇ ਉਹ ਸਾਡੇ ਤੋਂ ਉੱਚੀ ਹੋ ਗਈ। ਬੁੱਧ ਨੇ ਧੀਰਜ ਨਾਲ ਕਿਹਾ, ਕੋਈ ਉੱਚਾ ਨੀਵਾਂ ਨਹੀਂ ਹੈ, ਗੱਲ ਧਰਮ ਦੀ ਹੈ। ਧਰਮ ਉੱਚਾ ਹੈ। ਅਮਰਪਾਲੀ ਨੇ ਨੂੰ ਵਚਨ ਦਿੱਤਾ ਹੈ, ਦਿੱਤੇ ਵਚਨ ਦਾ ਧਰਮ ਪਾਲਣਾ ਹੈ। ਧਰਮ ਵੱਡਾ ਹੈ, ਇਕਰਾਰ ਧਰਮ ਦੀ ਜੜ੍ਹ ਹੈ। ਉਸ ਦਿਨ ਬੁੱਧ ਲਿੱਛਵੀ ਦੇ ਮਹਿਲ ਨਹੀਂ ਗਏ, ਅਮਰਪਾਲੀ ਦੇ ਘਰ ਗਏ। ਜਦੋਂ ਬੁੱਧ ਸੰਸਾਰ ਤੋਂ ਵਿਦਾ ਹੋਏ ਤਾਂ ਉਨ੍ਹਾਂ ਦੀ ਦੇਹ ਇੱਕ ਸਪਤਾਹ ਵਾਸਤੇ ਦਰਸ਼ਨਾਂ ਲਈ ਰੱਖੀ ਗਈ। 7ਵੇਂ ਦਿਨ ਅਮਰਪਾਲੀ ਉੱਥੇ ਬਹਿ ਕੇ ਗਾਉਂਦੀ ਰਹੀ। ਸ਼ਮਸ਼ਾਨ ਘਾਟ ਜਾਂਦਿਆਂ ਉਹ ਅੱਗੇ ਸਾਰਾ ਰਸਤਾ ਨੱਚਦੀ ਰਹੀ। ਉਸ ਉਪਰੰਤ ਅਮਰਪਾਲੀ ਕਿਸੇ ਮਹਿਲ ਵਿੱਚ ਗਾਉਣ ਨੱਚਣ ਨਹੀਂ ਗਈ। ਅਮਰਪਾਲੀ ਬੁੱਧ ਦੀ ਮੀਰਾ ਸੀ।